ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 27 ਦਸੰਬਰ ਹੈ, ਦਿਨ ਸੋਮਵਾਰ ਹੈ। ਖਬਰਾਂ ਤੋਂ ਪਹਿਲਾਂ ਸਜਦਾ ਕਰਾਂਗੇ ਉਹਨਾਂ ਲਾਸਾਨੀ ਸ਼ਹਾਦਤਾਂ ਨੂੰ ਜੋ 1704 ਦੇ ਵਿੱਚ ਅੱਜ ਦੇ ਦਿਨ ਹੋਈਆਂ ਸੀ। ਲਾਸਾਨੀ ਸ਼ਹਾਦਤਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ। ਕਵੀ ਸਤਨਾਮ ਸਿੰਘ ਕੋਮਲ ਲਿਖਦੇ ਨੇ, ਜ਼ੋਰਾਵਰ ਫਤਿਹ ਬਣੇ ਕਾਲ ਸਰਹੰਦ ਦਾ, ਲਾਂਤਾਂ 'ਚ ਗੁਜ਼ਰਦਾ ਸਿਆਲ ਸਰਹੰਦ ਦਾ, ਲਾਂਤਾਂ 'ਚ ਗੁਜ਼ਰਦਾ ਸਿਆਲ ਸਰਹੰਦ ਦਾ, ਕੰਧਾਂ ਵਿੱਚ ਚਿਣੇ ਫਿਰ ਸੋਲ ਜਿਸਮ ਕੋਹੇ ਸੀ, ਦਰਿੰਦਿਆਂ ਦੇ ਤਾਜ ਫਿਰ ਯੋਧਿਆਂ ਨੇ ਖੋਹੇ ਸੀ, ਪੁੱਛੋ ਨਾ ਜੋ ਹੋਇਆ ਫਿਰ ਹਾਲ ਸਰਹੰਦ ਦਾ, ਲਾਂਤਾਂ 'ਚ ਗੁਜ਼ਰਦਾ ਸਿਆਲ ਸਰਹੰਦ ਦਾ। ਕਾਲਖਾਂ ਸਰਹੰਦ ਮੱਥੇ ਹਾਕਮਾਂ ਜੋ ਪੋਚੀਆਂ, ਪੈ ਗਈਆਂ ਪੁੱਠੀਆਂ ਉਹਨਾਂ ਸੀ ਜੋ ਸੋਚੀਆਂ, ਕੋਮਲ ਵਕਤ ਬਣਿਆ ਨਾ ਢਾਲ ਸਰਹੰਦ ਦਾ, ਲਾਂਤਾਂ 'ਚ ਗੁਜ਼ਰਦਾ ਸਿਆਲ ਸਰਹੰਦ ਦਾ। ਦਾਦੀ ਅਤੇ ਪੋਤਿਆਂ ਦੀ ਰੱਤ ਜਿੱਥੇ ਡੁੱਲੀਏ, ਥਾਂ ਅਣਮੁੱਲੀ ਨੂੰ ਨਾ ਕੌਮ ਕਦੇ ਭੁੱਲੀਏ, ਚੇਤੇ ਅਜੇ ਪਾਇਆ ਜੋ ਸਵਾਲ ਸਰਹੰਦ ਦਾ, ਲਾਂਤਾਂ 'ਚ ਗੁਜ਼ਰਦਾ ਏ ਸਿਆਲ ਸਰਹੰਦ ਦਾ। ਸੋ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲ ਦੇ ਆਖਰੀ ਦਿਨ ਨੇ। ਹਾਲਾਂਕਿ ਕੱਲ੍ਹ ਨੂੰ ਨਿਹੰਗ ਸਿੰਘਾਂ ਦੇ ਵੱਲੋਂ ਮਹੱਲਾ ਵੀ ਕੱਢਿਆ ਜਾਵੇਗਾ। ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਵੇਰੇ 9 ਵਜੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਤੱਕ ਸ਼ਹੀਦੀ ਨਗਰ ਕੀਰਤਨ ਸਜਾਇਆ ਜਾਵੇਗਾ। ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਵੀ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਸ਼ਹੀਦੀ ਨਗਰ ਕੀਰਤਨ ਦੀ ਸਮਾਪਤੀ ਤੇ ਅਰਦਾਸ ਹੋਏਗੀ ਤੇ ਅਰਦਾਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਹੁੰਦੇ ਨੇ। ਦਾ ਖਾਲਸ ਟੀਵੀ ਤੇ ਅਸੀਂ ਉੱਥੋਂ ਦੀਆਂ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੌਸਮ ਦੀ ਜਾਣਕਾਰੀ ਦੇ ਦਿੰਦੇ ਹਾਂ। ਪੰਜਾਬ ਸਣੇ ਪੂਰੇ ਉੱਤਰੀ ਭਾਰਤ ਦੇ ਵਿੱਚ ਠੰਡ ਨੇ ਪੂਰਾ ਜ਼ੋਰ ਫੜ ਲਿਆ। ਸੰਘਣੀ ਧੁੰਦ ਪੈਣ ਦੇ ਆਸਾਰ ਬਣ ਗਏ ਨੇ। ਪੰਜਾਬ ਤੇ ਹਰਿਆਣਾ ਵਿੱਚ ਸਾਲ ਦੇ ਆਖਰੀ ਦਿਨਾਂ ਦੇ ਵਿੱਚ ਠੰਡ ਵੀ ਪੂਰਾ ਜ਼ੋਹਰ ਦਿਖਾ ਰਹੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਹੋਈ ਸੀ। ਠੰਡੇ ਬੁਰਜ ਦੇ ਵਿੱਚ ਉਹ ਪੂਰੀ ਰਾਤ ਬੈਠੇ ਰਹੇ ਸੀ। ਉਸ ਤੋਂ ਬਾਅਦ ਇਹ ਨਹੀਂ ਕਿ ਸਿੱਧਾ ਕੰਧਾਂ ਦੇ ਵਿੱਚ ਚਿਣ ਦਿੱਤਾ ਗਿਆ, ਉਸ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਹੀ ਅਸਹਿ ਅਕੈਤ ਤਸੀਹੇ ਦਿੱਤੇ ਗਏ ਸੀ, ਪਰ ਉਹਨਾਂ ਨੇ ਸਭ ਕੁਝ ਹੱਸ ਕੇ ਜਰਿਆ ਸੀ। ਹਕੂਮਤ ਨੂੰ ਇਹ ਸੀ ਕਿ ਸ਼ਾਇਦ ਇਹ ਲਾਲਚਾਂ ਦੇ ਵਿੱਚ ਆ ਕੇ ਡੋਲ ਜਾਣਗੇ, ਇਸਲਾਮ ਕਬੂਲ ਕਰ ਲੈਣਗੇ, ਪਰ ਉਹਨਾਂ ਨੇ ਕਿਹਾ ਸੀ ਕਿ ਇਹਦਾ ਕੀ ਭਰੋਸਾ ਹੈ। ਕੀ ਤੁਸੀਂ ਭਰੋਸਾ ਦਿੰਦੇ ਹੋ ਕਿ ਜੇ ਅਸੀਂ ਇਸਲਾਮ ਕਬੂਲ ਕਰ ਲਵਾਂਗੇ ਤਾਂ ਸਾਨੂੰ ਮੌਤ ਨਹੀਂ ਆਵੇਗੀ? ਜੇ ਮੌਤ ਆਉਣੀ ਹੈ ਤਾਂ ਅਸੀਂ ਅਕੀਦੇ ਵਿੱਚ ਰਹਿ ਕੇ ਮਰਨਾ ਪਸੰਦ ਕਰਾਂਗੇ। ਖੈਰ, ਮੌਸਮ ਦੀ ਜੇ ਗੱਲ ਕਰ ਲਈਏ ਤਾਂ ਤਾਪਮਾਨ ਹੈ ਜਿਹੜਾ ਉਹ ਥੱਲੇ ਡਿੱਗ ਗਿਆ। ਕੱਲ੍ਹ ਕਈ ਥਾਵਾਂ ਤੇ ਕਿਣਮਿਣ ਕਣੀਆਂ ਪਈਆਂ ਨੇ ਤੇ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਅਤੇ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਤਾਪਮਾਨ ਹੈ ਉਹ 5 ਤੋਂ 6 ਡਿਗਰੀ ਸੈਲਸੀਅਸ ਤੱਕ ਹੀ ਦਰਜ ਕੀਤਾ ਗਿਆ ਹੈ। ਕਸ਼ਮੀਰ ਵਾਦੀ ਵਿੱਚ ਤਾਪਮਾਨ 0 ਤੋਂ ਹੇਠਾਂ ਹੈ। ਸ਼ਿਮਲਾ ਦੇ ਨੇੜਲੇ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋਈ ਹੈ ਤੇ ਇੱਥੇ ਸੈਲਾਨੀ ਵੀ ਭਾਵੇਂ ਪਹੁੰਚ ਰਹੇ ਨੇ। ਅਗਲੀ ਖਬਰ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਆਪਣੇ ਬਿਆਨ ਤੋਂ ਪਲਟ ਗਏ ਨੇ। ਕਹਿੰਦੇ ਰੱਦ ਖੇਤੀ ਕਾਨੂੰਨ ਮੁੜ ਲਿਆਉਣ ਦਾ ਕੋਈ ਵਿਚਾਰ ਨਹੀਂ ਹੈ ਸਰਕਾਰ ਦਾ, ਸਿਰਫ ਕਾਂਗਰਸ ਹੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਧਰ ਰਾਕੇਸ਼ ਟਿਕੈਤ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਮੰਗਾਂ ਨਾ ਬਣੀਆਂ ਤਾਂ ਮੁੜ ਅੰਦੋਲਨ ਖੜਾ ਹੋਏਗਾ। ਇੱਕ ਵਾਰ ਮੁੜ ਤੋਂ ਕਿਸਾਨ ਜੁਟਣਗੇ ਸਰਹੱਦਾਂ ਦੇ ਉੱਤੇ, ਹੋਰ ਤਿੱਖੇ ਤਰੀਕੇ ਦੇ ਨਾਲ ਜਿਹੜਾ ਵਿਦਰੋਹ ਹੈ ਉਹ ਸ਼ੁਰੂ ਕੀਤਾ ਜਾਏਗਾ। ਕੋਰੋਨਾ ਦੇ ਟੀਕੇ ਨਾਲ ਜੁੜੀ ਇੱਕ ਬਹੁਤ ਹੀ ਇੰਪੋਰਟੈਂਟ ਖਬਰ ਹੈ। ਏਮਸ ਨੇ ਕਹਿ ਦਿੱਤਾ ਹੈ, ਏਮਸ ਦੇ ਸੀਨੀਅਰ ਮਾਹਿਰ ਨੇ, ਕਿ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਲਾਉਣ ਦਾ ਫੈਸਲਾ ਗੈਰ ਵਿਗਿਆਨਕ ਹੈ। ਸਰਕਾਰ ਨੇ ਜਿਹੜਾ ਫੈਸਲਾ ਲਿਆ ਹੈ ਆਉਂਦੇ ਦਿਨਾਂ ਦੇ ਵਿੱਚ ਟੀਕਾ ਲਾਇਆ ਜਾਏਗਾ, ਇਹ ਬਿਲਕੁਲ ਗੈਰ ਵਿਗਿਆਨਕ ਹੈ, ਇਸ ਦਾ ਕੋਈ ਵਾਧੂ ਲਾਭ ਨਹੀਂ ਹੋਏਗਾ। ਉਧਰ ਕਾਂਗਰਸ ਕਹਿ ਰਹੀ ਹੈ ਕਿ ਮੋਦੀ ਸਰਕਾਰ ਕੋਲ ਓਮਿਕਰੋਨ ਨਾਲ ਨਜਿੱਠਣ ਦੀ ਕੋਈ ਨੀਤੀ ਨਹੀਂ ਹੈ। ਤਰਨਤਾਰਨ ਦੇ ਖੇਮਕਰਨ ਤੋਂ ਖਬਰ ਹੈ ਜਿੱਥੇ 1 ਅਰਬ 65 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਜ਼ਬਤ ਕਰ ਲਈ ਹੈ। ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ 22 ਪੈਕੇਟ ਸੁੱਟੇ ਗਏ ਸੀ। ਪੀਲੇ ਰੰਗ ਦੇ ਕਾਗਜ਼ ਦੇ ਵਿੱਚ ਲਪੇਟ ਕੇ ਸੁੱਟੇ ਗਏ ਸੀ। 32 ਕਿਲੋ 900 ਗ੍ਰਾਮ ਹੈਰੋਇਨ ਹੈ ਜਿਸ ਦੀ 1 ਅਰਬ 65 ਕਰੋੜ ਦੀ ਕੀਮਤ ਬਣਦੀ ਹੈ। ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਾਇਆ ਹੈ, ਸਿਆਸਤ ਵਿੱਚ ਆਉਣ ਦਾ ਐਲਾਨ ਕੀਤਾ ਹੈ। ਉਸ ਨੂੰ ਲੈ ਕੇ ਵੀ ਸਿਆਸਤ ਲਗਾਤਾਰ ਜਾਰੀ ਹੈ। ਰਾਜਨੀਤੀ ਦੇ ਵਿੱਚ ਨਵੀਂ ਚਰਚਾ ਛਿੜ ਗਈ ਹੈ। ਸੰਘਰਸ਼ੀ ਲਹਿਰਾਂ ਨਾਲ ਜੁੜੇ ਕਿਸਾਨ ਲੀਡਰਾਂ ਨੇ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕੀਤੀ ਹੈ। ਰੁਲਦੂ ਸਿੰਘ ਮਾਨਸਾ ਕਹਿੰਦੇ ਨੇ ਕਿ ਮੈਂ ਕਿਤੋਂ ਵੀ ਚੋਣ ਲੜ ਸਕਦਾ, ਪੰਜਾਬ ਦੇ ਕਿਸੇ ਵੀ ਹਲਕੇ ਤੋਂ ਮੈਂ ਚੋਣ ਲੜ ਸਕਦਾ, ਇਹ ਨਹੀਂ ਕਿ ਮੈਂ ਸਿਰਫ ਮਾਨਸਾ ਤੋਂ ਹੀ ਚੋਣ ਲੜਾਂਗਾ। ਕਿਸਾਨ ਲੀਡਰ ਸਤਨਾਮ ਸਿੰਘ ਕਹਿੰਦੇ ਨੇ ਕਿ ਸੰਯੁਕਤ ਸਮਾਜ ਮੋਰਚਾ ਨਿਰੋਲ ਚੋਣ ਫਰੰਟ ਹੈ, ਲੋਕਾਂ ਦੇ ਹਿੱਤਾਂ ਲਈ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਨਾ ਤਾਂ ਸਿਆਸੀ ਮੋਰਚਾ ਹੈ, ਨਾ ਹੀ ਰਾਜਸੀ ਪਾਰਟੀ ਹੈ, ਕੇਵਲ ਨਿਰੋਲ ਚੋਣ ਫਰੰਟ ਹੈ। ਹਾਲਾਂਕਿ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕਿਸਾਨ ਲੀਡਰ ਹੈਗੇ ਨੇ ਦੇਸ਼ ਭਰ ਦੇ, ਉਹ ਵੱਡੇ ਵੱਡੇ ਸਵਾਲ ਵੀ ਇਸ ਮੋਰਚੇ ਤੇ ਚੁੱਕ ਰਹੇ ਨੇ। ਲੋਕਾਂ ਦੀ ਵੀ ਆਪੋ ਆਪਣੀ ਰਾਏ ਹੈ।
ਕੱਲ੍ਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸਿੱਖ ਕੈਦੀਆਂ ਦੀ ਰਿਹਾਈ ਦੇ ਲਈ ਖਾਸ ਤੌਰ ਤੇ ਅਰਦਾਸ ਕੀਤੀ ਗਈ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਦੇ ਵੱਲੋਂ ਤੇ ਇਸੇ ਤਰ੍ਹਾਂ ਦੀ ਅਰਦਾਸ ਹੈ ਜਿਹੜੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੀਤੀ ਗਈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਮਾਰਚ ਕੱਢਿਆ ਗਿਆ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵੱਲੋਂ। ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਇਹ ਮਾਰਚ ਕੱਢਿਆ ਗਿਆ ਤੇ ਸਿੱਖ ਕੈਦੀਆਂ ਦੀ ਰਿਹਾਈ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਤੇ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕੀਤੀ ਗਈ ਤੇ ਇਹ ਵੀ ਸ਼ਿਕਵਾ ਜ਼ਾਹਿਰ ਕੀਤਾ ਗਿਆ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਸੀ, ਪਰ ਅਫਸੋਸ ਹੈ ਕਿ ਫੈਸਲਾ ਅੱਜ ਤੱਕ ਸਰਕਾਰ ਨੇ ਅਮਲ ਦੇ ਵਿੱਚ ਨਹੀਂ ਲਿਆਂਦਾ ਤੇ ਇਹ ਵੀ ਕਿਹਾ ਸੀ ਕਿ ਸਾਰੇ ਸਿੱਖ ਕੈਦੀਆਂ ਦੀ ਰਿਹਾਈ ਹੋ ਜਾਏਗੀ, ਪਰ ਉਹ ਵੀ ਨਹੀਂ ਪੂਰ ਚੜੀ। ਲੁਧਿਆਣਾ ਬੰਬ ਕਾਂਡ ਦੇ ਨਾਲ ਜੁੜੀ ਖਬਰ ਹੈ। ਮੁਲਜ਼ਮ ਗਗਨਦੀਪ ਸਿੰਘ ਜਿਹੜਾ ਕਿ ਇਸ ਬੰਬ ਧਮਾਕੇ ਦੇ ਵਿੱਚ ਖੁਦ ਹੀ ਮਾਰਿਆ ਗਿਆ, ਉਸ ਦੀ ਮਹਿਲਾ ਦੋਸਤ ਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀ। ਉਹਨੇ ਕਈ ਭੇਤ ਕਹਿੰਦੇ ਖੋਲ ਦਿੱਤੇ ਨੇ। ਸੂਤਰਾਂ ਮੁਤਾਬਿਕ ਮਹਿਲਾ ਮੁਲਾਜ਼ਮ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਅਕਸਰ ਲੜਾਈ ਝਗੜਾ ਰਹਿੰਦਾ ਸੀ, ਜਿਸ ਕਰਕੇ ਉਹਦੀ ਗਗਨਦੀਪ ਨਾਲ ਨੇੜਤਾ ਵੱਧ ਗਈ। ਅਕਸਰ ਆਪਸ ਦੇ ਵਿੱਚ ਮਿਲਦੇ ਰਹਿੰਦੇ ਸੀ। ਇਸ ਬਾਰੇ ਗਗਨਦੀਪ ਦੇ ਘਰ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਸੀ। ਪੁਲਿਸ ਵੱਲੋਂ ਮੁਲਜ਼ਮ ਦੇ 3 ਮਹੀਨੇ ਦੀਆਂ ਫੋਨ ਕਾਲਾਂ ਦੇ ਵੇਰਵੇ ਵੀ ਹਾਸਲ ਕੀਤੇ ਜਾ ਰਹੇ ਨੇ। ਜਾਂਚ ਅਧਿਕਾਰੀਆਂ ਦੇ ਵੱਲੋਂ ਇਹ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਧਮਾਕਾ ਨਸ਼ਾ ਤਸਕਰਾਂ, ਗੈਂਗਸਟਰਾਂ ਤੇ ਦੇਸ਼ ਵਿਰੋਧੀ ਤਾਕਤਾਂ ਨੇ ਮਿਲ ਕੇ ਕੀਤਾ ਹੈ। ਪੰਜਾਬ ਪੁਲਿਸ ਤੇ ਹੋਰ ਏਜੰਸੀਆਂ ਵੱਲੋਂ ਇਸ ਮਾਮਲੇ ਵਿੱਚ ਰਣਜੀਤ ਸਿੰਘ ਚੀਤਾ ਤੇ ਸੁਖਵਿੰਦਰ ਸਿੰਘ ਬਾਕਸਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਵੀ ਖਬਰ ਮਿਲ ਰਹੀ ਹੈ ਕਿ ਗਗਨਦੀਪ ਦੇ 2 ਸਾਥੀਆਂ ਨੇ ਇਹ ਵੀ ਦੱਸਿਆ ਹੈ ਕਿ ਗਗਨਦੀਪ ਅਤੇ ਉਹ ਦੋਵੇਂ ਸਮੱਗਰੀ ਦਿੱਲੀ ਵਿੱਚ ਰਹਿਣ ਵਾਲੇ ਇੱਕ ਨੀਗਰੋ ਤੋਂ ਲੈ ਕੇ ਆਏ ਸੀ। ਉਹਨਾਂ ਦੀ ਕੋਸ਼ਿਸ਼ ਕੋਰਟ ਰੂਮ ਵਿੱਚ ਬਣੇ ਉਸ ਰਿਕਾਰਡ ਰੂਮ ਨੂੰ ਉਡਾਉਣਾ ਸੀ ਜਿਸ ਵਿੱਚ ਉਹਨਾਂ ਦੇ ਕੇਸ ਦੀ ਫਾਈਲ ਪਈ ਸੀ, ਕਿਉਂਕਿ ਉਹ ਨਸ਼ਿਆਂ ਦੇ ਕੇਸ ਭੁਗਤ ਰਹੇ ਸੀ। ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਗੱਗੀ ਬੰਬ ਦਾ ਟਾਈਮਰ ਸੈੱਟ ਕਰਨ ਲਈ ਕੋਰਟ ਰੂਮ ਦੀ ਦੂਜੀ ਮੰਜ਼ਿਲ ਤੇ ਬਣੇ ਬਾਥਰੂਮ 'ਚ ਚਲਾ ਗਿਆ। ਜਦੋਂ ਉਹ ਬਾਹਰ ਹੀ ਇੰਤਜ਼ਾਰ ਕਰਦੇ ਰਹੇ, ਇਸ ਦੌਰਾਨ ਧਮਾਕਾ ਹੋਇਆ, ਜਿਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਏ। ਇਹ ਖਬਰ ਵੀ ਇੱਕ ਅਖਬਾਰ ਦੇ ਵਿੱਚ ਛਪੀ ਹੈ ਤੇ ਸੂਤਰਾਂ ਤੋਂ ਵੀ ਪਤਾ ਲੱਗਿਆ ਕਿ ਧਮਾਕੇ ਵਾਲੇ ਦਿਨ ਲੁਧਿਆਣੇ ਜਾਣ ਤੋਂ ਪਹਿਲਾਂ ਮੁਲਜ਼ਮ ਗਗਨਦੀਪ ਤੇ ਮਹਿਲਾ ਕਾਂਸਟੇਬਲ ਆਪਸ ਵਿੱਚ ਮਿਲੇ ਸੀ ਤੇ 5-6 ਘੰਟੇ ਉਹਨਾਂ ਨੇ ਇਕੱਠਿਆਂ ਹੀ ਗੁਜ਼ਾਰੇ ਸੀ। ਗਗਨਦੀਪ ਦੀ ਪਤਨੀ ਨੇ ਵੀ ਪੁੱਛ ਪੜਤਾਲ ਦੇ ਵਿੱਚ ਦੱਸਿਆ ਕਿ ਗਗਨਦੀਪ ਅਕਸਰ ਉਹਨੂੰ ਕੁੱਟਦਾ ਮਾਰਦਾ ਰਹਿੰਦਾ ਸੀ ਤੇ ਕੋਈ ਵੀ ਆਪਣੀਆਂ ਸਰਗਰਮੀਆਂ ਦੇ ਬਾਰੇ ਜਾਣਕਾਰੀ ਉਹ ਪਤਨੀ ਨੂੰ ਨਹੀਂ ਦਿੰਦਾ ਸੀ। ਸੀਸੀਟੀਵੀ ਫੁਟੇਜ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਮੁਲਜ਼ਮ ਗਗਨਦੀਪ ਲੁਧਿਆਣੇ ਜਾਣ ਤੋਂ ਪਹਿਲਾਂ ਆਪਣੀ ਪਤਨੀ ਤੇ ਧੀ ਨੂੰ ਲੈ ਕੇ ਕਿਤੇ ਗਿਆ ਸੀ। ਉੱਥੋਂ ਜਾਂਦੇ ਹੋਏ ਉਹਨੇ ਦੱਸਿਆ ਸੀ ਕਿ ਉਹ ਲੁਧਿਆਣੇ ਜਾ ਰਿਹਾ ਹੈ, ਵਕੀਲ ਨੂੰ ਮਿਲਣ ਤੋਂ ਬਾਅਦ ਵਿਹਲਾ ਹੋ ਕੇ ਘਰੇ ਆ ਜਾਊਗਾ। ਜੇ ਉਹਨੂੰ ਕਿਸੇ ਕੰਮ ਲਈ ਬਾਹਰ ਜਾਣਾ ਪਿਆ ਤਾਂ 2-4 ਦਿਨ ਬਾਅਦ ਉਹ ਵਾਪਸ ਆਏਗਾ। ਇਸੇ ਦਰਮਿਆਨ ਮੁਲਜ਼ਮ ਗਗਨਦੀਪ ਸਿੰਘ ਦੀ ਜਿਹੜੀ ਸੜੀ ਗਲੀ ਲਾਸ਼ ਹੈ ਉਸ ਦਾ ਖੰਨਾ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੰਸਕਾਰ ਕੀਤਾ ਗਿਆ ਹੈ। ਇੱਕ ਦਿਨ ਪਹਿਲਾਂ ਲਾਸ਼ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਸੀ। ਗਗਨਦੀਪ ਦੇ ਅੰਤਿਮ ਸੰਸਕਾਰ ਮੌਕੇ ਸਿਰਫ ਪਰਿਵਾਰਕ ਮੈਂਬਰ ਹੀ ਹਾਜ਼ਰ ਹੋਏ। ਇਲਾਕੇ ਦੇ ਲੋਕਾਂ ਨੇ ਆਪਣੇ ਆਪ ਨੂੰ ਇਸ ਸੰਸਕਾਰ ਤੋਂ ਦੂਰ ਹੀ ਰੱਖਿਆ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ। ਤੁਹਾਨੂੰ ਲੈ ਚੱਲਦੇ ਹਾਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ, ਜਿੱਥੇ 25 ਦਸੰਬਰ ਨੂੰ ਸ਼ੁਰੂ ਹੋਏ ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ। ਨਿੱਕੀ ਉਮਰੇ ਵੱਡਾ ਸਾਕਾ ਕਰਨ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਛੋਟੇ ਫਰਜ਼ੰਦ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ 3 ਦਿਨਾਂ ਸ਼ਹੀਦੀ ਜੋੜ ਮੇਲ ਹਰ ਸਾਲ ਮਨਾਇਆ ਜਾਂਦਾ ਹੈ। ਗੁਰਦੁਆਰਾ ਸ਼੍ਰੀ ਜੋਤੀ ਸਰੂਪ ਵਿਖੇ ਇੱਕ ਦਿਨ ਪਹਿਲਾਂ ਯਾਨੀ ਕਿ 25 ਦਸੰਬਰ ਨੂੰ ਹੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਸੀ। 27 ਦਸੰਬਰ ਨੂੰ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਤੱਕ ਸ਼ਹੀਦੀ ਨਗਰ ਕੀਰਤਨ ਸਜਾਇਆ ਜਾਵੇਗਾ। ਸ਼ਹੀਦੀ ਨਗਰ ਕੀਰਤਨ ਦਾ ਜਿਹੜਾ ਇੱਕ ਪ੍ਰਭਾਵ ਹੁੰਦਾ ਹੈ ਉਹ ਇੱਕ ਵੱਖਰੀ ਕਿਸਮ ਦਾ ਹੁੰਦਾ ਹੈ, ਕਿਉਂਕਿ ਇਹ ਸ਼ਹਾਦਤਾਂ ਜਿਹੜੀਆਂ ਹੋਈਆਂ ਨੇ ਸਿੱਖ ਕੌਮ ਦੇ ਵਿੱਚ, ਲਾਸਾਨੀ ਸ਼ਹਾਦਤਾਂ ਹੋਈਆਂ ਨੇ। ਹਰ ਕਿਸੇ ਦਾ ਦਿਲ ਇਹਨਾਂ ਦਿਨਾਂ ਦੇ ਵਿੱਚ, ਹਰ ਕਿਸੇ ਦਾ ਜਿਹੜਾ ਮਨ ਹੈ ਉਹ ਕਰੁਣਾ ਦੇ ਵਿੱਚ ਚਲਾ ਜਾਂਦਾ ਹੈ, ਵੇਗ ਦੇ ਵਿੱਚ ਚਲਾ ਜਾਂਦਾ ਹੈ। ਹਾਲਾਂਕਿ ਸਿੱਖ ਪ੍ਰਚਾਰਕ ਨੇ ਜਿਹੜੇ ਉਹ ਹਮੇਸ਼ਾ ਇਹੀ ਹੋਕਾ ਦਿੰਦੇ ਨੇ ਕਿ ਇਹਦੇ ਵਿੱਚ ਰੋਣ ਧੋਣ ਵਾਲੀ ਗੱਲ ਨਹੀਂ, ਸਗੋਂ ਫਖਰ ਕਰਨ ਵਾਲੀ ਗੱਲ ਹੈ। ਆਪਣੇ ਦਿਲਾਂ ਦੇ ਵਿੱਚ ਜ਼ੁਲਮ ਦੇ ਖਿਲਾਫ ਲੜਨ ਦਾ ਰੋਹ ਤੇ ਜਜ਼ਬਾ ਪੈਦਾ ਕਰਨ ਦੀ ਗੱਲ ਹੈ, ਉਸ ਨੂੰ ਬਣਾ ਕੇ ਰੱਖਣ ਦਾ ਜਿਹੜਾ ਜ਼ਿਆਦਾ ਲੋੜ ਹੈਗੀ ਹੈ। ਸੋ ਦੇਸ਼ ਵਿਦੇਸ਼ ਤੋਂ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਹੈ। ਵੱਡੀ ਗਿਣਤੀ ਦੇ ਵਿੱਚ ਸੰਗਤ ਦੇ ਵੱਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਰਾਹ ਦੇ ਉੱਤੇ ਜਿਹੜੇ ਲੰਗਰ ਨੇ ਉਹ ਥਾਂ-ਥਾਂ ਤੇ ਲਾਏ ਗਏ ਨੇ। ਹਾਲਾਂਕਿ ਸਾਦੇ ਪਕਵਾਨ ਨੇ ਜਿਹੜੇ ਉਹ ਇਹਨਾਂ ਲੰਗਰਾਂ ਦੇ ਵਿੱਚ ਬਣਾਏ ਜਾਂਦੇ ਨੇ। ਕਿਸੇ ਵੀ ਮਿੱਠੇ ਪਕਵਾਨ ਬਣਾਉਣ ਤੇ ਵਰਤਾਉਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ SGPC ਦੇ ਵੱਲੋਂ ਹਰ ਸਾਲ ਮਨਾਹੀ ਕੀਤੀ ਜਾਂਦੀ ਹੈ। 26 ਦਸੰਬਰ ਦੀ
रात ਨੂੰ 9 ਵਜੇ ਵਿਸ਼ੇਸ਼ ਕਵੀ ਦਰਬਾਰ ਸਜਾਇਆ ਗਿਆ ਹੈ ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਲਾਡਲੀਆਂ ਫੌਜਾਂ ਦੇ ਵੱਲੋਂ 28 ਦਸੰਬਰ ਨੂੰ ਪੁਰਾਤਨ ਰਵਾਇਤਾਂ ਦੇ ਮੁਤਾਬਿਕ ਖਾਲਸਾਈ ਮਹੱਲਾ ਕੱਢਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ। ਪ੍ਰਸ਼ਾਸਨ ਦੇ ਵੱਲੋਂ ਸੰਗਤ ਦੇ ਰਹਿਣ ਤੇ ਸੁਰੱਖਿਆ ਦੇ ਲਈ ਪੂਰੇ ਪ੍ਰਬੰਧ ਕੀਤੇ ਗਏ ਨੇ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲ ਦੇ ਦੂਸਰੇ ਦਿਨ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਇੱਕ ਖਾਸ ਅਰਦਾਸ ਕੀਤੀ ਗਈ ਹੈ। ਅਰਦਾਸ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੀਤੀ ਗਈ ਹੈ ਜਿਹੜੇ ਕਿ ਦਹਾਕਿਆਂ ਤੋਂ ਜੇਲ੍ਹਾਂ ਦੇ ਵਿੱਚ कैद ने। कईयां ने अपनी कैद पूरी कर ली है, बावजूद इस ते उन्हां नूं जेलां चों रिहा नहीं किया जा रहा ते कई सिंह तां अजिहे ने जिन्हां नूं बिना किसी कसूर तो जेलां दे विच डक्या होया है। गुरुद्वारा फतेहगढ़ साहिब दे मुख ग्रंथी भाई हरपाल सिंह ने बंदी ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕੀਤੀ ਅਤੇ ਸਾਰੀ ਦੁਨੀਆ ਦੇ ਵਿੱਚ ਵਸਦੀ ਸਿੱਖ ਸੰਗਤ ਨੂੰ ਇਹ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਜਿੱਥੇ ਕਿਤੇ ਵੀ ਕੋਈ ਸਿੱਖ ਵਸਦਾ ਹੈ ਉਹਨਾਂ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਜ਼ਰੂਰ ਕਰੇ। सब दे घर बाणी बाणे दी दात बख्शनी। गरीब नवाज पातशाह जी अज पंथ वल्लों आप जी दे चरनां विच जोदड़ी है। धर्म युद्ध दे चलदियां पापियां नूं दंड दिंदियां धर्म दे फर्ज निभाउंदियां जिहड़े सिख नौजवान भारती हुकूमत दी जेलां विच गए, पातशाह जीओ किरपा करो जिन्हां दियां जिंदगियां जेलां विच गल गईयां, सच्चे साहब जी रहमत करो। आप जी दा पल्ला फड़दे महाराज बंदी छोड़ सतगुर जी, सतगुर बंधन तोड़ निरारे, बौड़ ना गर्भ मझारी जियो, बंधन कट्टन हारे पातशाह बंदी छोड़ सतगुर जी, रहमत करो, दया करो, बख्शिश करो पातशाह। अपने प्यारे धर्मी योधियां नूं काल कोठड़ियां विचों मुक्त करो महाराज, पंथ दा प्यार बख्शो, सिक्खी दी सेवा बख्शिश करो महाराज। समुचे पंथ की अरदास आप जी दे चरना कमला पास पातशाह जी, सहाई होवो महाराज। अपने पंथ दी बहुड़ी करो सतगुर सच्चे पातशाह जी। दातार जीओ आप जी के हजूर बख्शियां दातां विचों पवित्र कड़ाह प्रसाद जी की देगदार हाजिर है। आप जी दे दर परवान होवे, परवानत प्रसाद संगत विच वरताउण दी आग्या होवे। करो किरपा जी, इलाही हुक्म बख्श के असीसां दिओ। सुख होवे नाम चित आवे, नानक नाम चढ़दी कला, तेरे भाणे सरबत दा भला। कुछ दिन पहला जलंधर विखे सिख जथेबंदियां दे वल्लों प्रैस कॉन्फ्रेंस की गई सी। उस प्रैस कॉन्फ्रेंस दे विच अपील की गई सी कि शहीदी साके मौके 26 दसंबर नूं सारी दुनिया दे विच वास्ते सिखां दे वल्लों बंदी ਸਿੰਘਾਂ ਦੀ रिहाई लई अरदास की जानी चाहिदी है। ਤੇ ਇਸ ਤਰ੍ਹਾਂ ਦੀਆਂ ਅਰਦਾਸਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਨਹੀਂ ਬਲਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਵੱਲੋਂ ਅਰਦਾਸ ਕੀਤੀ ਗਈ ਅਤੇ ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਕੀਤੀਆਂ ਗਈਆਂ ਨੇ। 11 ਜਨਵਰੀ ਨੂੰ ਵੀ ਪੂਰੀ ਦੁਨੀਆ ਦੇ ਵਿੱਚ ਅਰਦਾਸ ਸਮਾਗਮ ਕਰਵਾਏ ਜਾਣਗੇ। ਉਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੇ ਲਾਸਾਨੀ ਸ਼ਹਾਦਤਾਂ ਨੂੰ ਸਜਦਾ ਕੀਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਸ਼ਹੀਦਾਂ ਦੀ ਇਸ ਮਹਾਨ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਉਸ ਮਹਾਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਯਾਦਗਾਰ ਬਣਾਈ ਜਾਵੇਗੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਸਮਝ ਕੇ ਸ਼ਹੀਦ ਕੀਤਾ ਗਿਆ ਸੀ। ਚਮਕੌਰ ਦੀ ਗੜੀ ਦੇ ਵਿੱਚੋਂ ਸਿੰਘਾਂ ਨੇ ਜੰਗ ਲੜੀ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਾੜੀ ਮਾਰ ਕੇ ਗੜੀ ਦੇ ਵਿੱਚੋਂ ਨਿਕਲ ਗਏ ਸੀ ਤਾਂ ਉਹਨਾਂ ਨੇ ਆਪਣੀ ਪੋਸ਼ਾਕ ਅਤੇ ਕਲਗੀ ਸੰਗਤ ਸਿੰਘ ਜੀ ਨੂੰ ਸਜਾ ਦਿੱਤੀ ਸੀ ਅਤੇ ਮੁਗਲਾਂ ਨੇ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਮਝ ਕੇ ਸ਼ਹੀਦ ਕਰ ਦਿੱਤਾ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਾਬਾ ਸੰਗਤ ਸਿੰਘ ਜੀ ਦੀ ਦੇਹ ਨੂੰ ਚਮਕੌਰ ਸਾਹਿਬ ਤੋਂ ਇੱਥੇ ਲਿਆਂਦਾ ਗਿਆ ਸੀ। ਉਹਨਾਂ ਕਿਹਾ ਕਿ ਸ਼ਹੀਦਾਂ ਦੀ ਮਹਾਨ ਧਰਤੀ ਦਾ ਜਿੰਨਾ ਵੀ ਸਤਿਕਾਰ ਅਤੇ ਨਮਨ ਕੀਤਾ ਜਾਵੇ ਉਹ ਘੱਟ ਹੈ। ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਕਿ ਫਤਿਹਗੜ੍ਹ ਸਾਹਿਬ ਤੋਂ ਚਮਕੌਰ ਸਾਹਿਬ ਤੱਕ ਮਾਤਾ ਗੁਜਰੀ ਮਾਰਗ ਬਣਾਇਆ ਜਾਵੇਗਾ। ਮਾਤਾ ਗੁਜਰੀ ਜੀ ਦੀ ਵੀ ਲਾਮਿਸਾਲ ਕੁਰਬਾਨੀ ਹੈ। ਮੁੱਖ ਮੰਤਰੀ ਨੇ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਲੰਗਰਾਂ ਦੇ ਵਿੱਚ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ। ਸਾਹਿਬਜ਼ਾਦੇ ਜੋਰਾਵਰ ਸਿੰਘ ਜੀ, ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਇਸ ਧਰਤੀ ਨੂੰ ਨਮਨ ਕਰਨ ਆਗੇ ਨਾਗਰਾ ਸਾਹਿਬ ਆਪਣੀ ਸ਼ਰਧਾ ਭੇਟ ਕਰਨ ਆਇਆ ਤੇ ਉਹਦੇ ਵਾਸਤੇ ਗੁਰਦੁਆਰਾ ਸਾਹਿਬ
ਦੇ ਅੰਦਰ ਮੱਥਾ ਟੇਕ ਕੇ ਆਏ ਹਾਂ। ਇੱਥੇ ਚਮਕੌਰ ਸਾਹਿਬ ਤੋਂ ਬਾਬਾ ਸੰਗਤ ਸਿੰਘ ਜੀ ਦੀ ਦੇਹ ਨੂੰ ਵੀ ਲਿਆਂਦਾ ਗਿਆ ਸੀ। ਉਹਦੇ ਵਾਸਤੇ ਅਸੀਂ ਇੱਥੇ ਇੱਕ ਬਾਬਾ ਸੰਗਤ ਸਿੰਘ ਜੀ ਦੇ ਨਾਮ ਤੇ ਯਾਦਗਾਰ ਬਣਾਵਾਂਗੇ, ਜਿਨ੍ਹਾਂ ਨੂੰ ਚਮਕੌਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਸਮਝ ਕੇ ਲਿਆਂਦਾ ਗਿਆ ਸੀ। ਸੋ ਇਸ ਧਰਤੀ ਦਾ ਜਿੰਨਾ ਸਤਿਕਾਰ ਕਰੀਏ, ਜਿੰਨਾ ਨਮਨ ਕਰੀਏ, ਉਨਾ ਘੱਟ ਹੈ। ਚਮਕੌਰ ਸਾਹਿਬ ਜਿੱਥੋਂ ਮੈਂ MLA ਬਣਦਾ ਹੈ, ਉੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ, ਇੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ। ਸਾਡੇ ਦੋਨਾਂ ਥਾਵਾਂ ਤੇ ਇੱਕ ਵੱਡਾ ਰਿਸ਼ਤਾ ਹੈ। ਇਸ ਕਰਕੇ ਅਸੀਂ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ ਨੂੰ ਅੱਗੇ ਹੁਸ਼ਿਆਰਪੁਰ ਵਾਲੀ GT ਰੋਡ ਤੇ ਇੱਧਰ ਸਰਹੰਦ ਵਾਲੀ GT ਰੋਡ ਨਾਲ ਜੋੜ ਕੇ ਇਹਦਾ ਜਿਹੜਾ ਸਰਕਟ ਬਣੇਗਾ, ਇਹ ਸੜਕ ਦਾ ਨਾਮ ਮਾਤਾ ਗੁਜਰ ਕੌਰ ਜੀ ਦੇ ਨਾਮ ਤੇ ਰੱਖਿਆ ਜਾਏਗਾ। ਇਸ ਮੌਕੇ ਪੱਤਰਕਾਰਾਂ ਨੇ ਮੁੱਖ ਮੰਤਰੀ ਚੰਨੀ ਤੋਂ ਸਜ਼ਾ ਪੂਰੀ ਕਰ ਚੁੱਕੇ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਨੇ ਬੰਦੀ ਸਿੰਘ, ਉਹਨਾਂ ਦੀ ਰਿਹਾਈ ਦਾ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੀ ਹੈ ਤੇ ਉਹਨਾਂ ਦੀ ਰਿਹਾਈ ਜਲਦ ਕੀਤੀ ਜਾਵੇਗੀ। ਉਧਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਆਪਣੇ ਇੱਕ ਦਿਨ ਪਹਿਲਾਂ ਵਾਲੇ ਬਿਆਨ ਤੋਂ ਪਲਟ ਗਏ ਨੇ। ਤੋਮਰ ਨੇ ਹੁਣ ਕਿਹਾ ਕਿ ਸਰਕਾਰ ਦੇ ਵੱਲੋਂ ਹਾਲ ਹੀ ਵਿੱਚ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਮੁੜ ਤੋਂ ਲਿਆਉਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ। ਉਹਨਾਂ ਨੇ ਕਿਸਾਨਾਂ ਨੂੰ ਇਸ ਮੁੱਦੇ ਤੇ ਕਾਂਗਰਸ ਵੱਲੋਂ ਪੈਦਾ ਕੀਤੇ ਜਾ ਰਹੇ ਭਰਮ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ। ਤੋਮਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਖੇਤੀ ਸੁਧਾਰ ਕਾਨੂੰਨ ਵਾਪਸ ਲੈਣ ਦਾ ਫੈਸਲਾ ਲਿਆ ਸੀ। ਉਹਨਾਂ ਕਿਹਾ ਕਿ ਸਰਕਾਰ ਦੀ ਰੱਦ ਕੀਤੇ ਖੇਤੀ ਕਾਨੂੰਨਾਂ ਨੂੰ ਮੁੜ ਤੋਂ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ, ਬਲਕਿ ਕਾਂਗਰਸ ਆਪਣੀਆਂ ਨਾਕਾਮੀਆਂ ਛੁਪਾਉਣ ਦੇ ਲਈ ਭਰਮ ਫੈਲਾਉਣ ਦੇ ਨਕਾਰਾਤਮਕ ਕੰਮ ਦੇ ਵਿੱਚ ਲੱਗੀ ਹੋਈ ਹੈ। ਦਰਅਸਲ ਇੱਕ ਦਿਨ ਪਹਿਲਾਂ ਨਰਿੰਦਰ ਤੋਮਰ ਨੇ ਕਿਹਾ ਸੀ ਕਿ ਸਰਕਾਰ ਕਿਸਾਨਾਂ ਦੇ ਕੁਝ ਹਿੱਸੇ ਨੂੰ ਸਮਝਾ ਨਹੀਂ ਸਕੀ ਤੇ ਹੁਣ ਕਿਸੇ ਹੋਰ ਤਰੀਕੇ ਦੇ ਨਾਲ ਇਹ ਖੇਤੀ ਕਾਨੂੰਨ ਨੇ ਜਿਹੜੇ ਉਹ ਲਿਆਂਦੇ ਜਾ ਸਕਦੇ ਨੇ। ਉਹਨਾਂ ਨੇ ਸੰਭਾਵਨਾ ਜਤਾਈ ਸੀ, ਜਿਸ ਤੋਂ ਬਾਅਦ ਕਾਂਗਰਸ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਸੀ, ਕਿਸਾਨਾਂ ਨੇ ਵੀ ਵਿਰੋਧ ਕੀਤਾ ਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਪੁਤਲੇ ਵੀ ਸਾੜੇ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾਂ ਵੀ ਕਰੋਨਾ ਦੀ ਆੜ ਵਿੱਚ ਕਾਨੂੰਨ ਲਿਆਂਦੇ ਗਏ ਸੀ ਤੇ ਹੁਣ ਓਮਿਕਰੋਨ ਦੀ ਆੜ ਵਿੱਚ ਕਾਨੂੰਨ ਫੇਰ ਆ ਸਕਦੇ ਨੇ। ਮੀਡੀਆ ਸਰਕਾਰ ਦਾ ਵੱਡਾ ਹਥਿਆਰ ਹੈ ਤੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਦੇ ਵਿੱਚ ਵੀ ਮੀਡੀਆ ਦਾ ਮੁੱਖ ਤੌਰ ਤੇ ਹੱਥ ਹੁੰਦਾ ਹੈ। ਸਰਵਣ ਸਿੰਘ ਪੰਧੇਰ ਨੇ ਖੇਤੀਬਾੜੀ ਮੰਤਰੀ ਦੇ ਬਿਆਨ ਦੀ ਸਖਤ ਨਿੰਦਿਆ ਕਰਦਿਆਂ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ। ਕੱਲ ਨਰਿੰਦਰ ਤੋਮਰ ਦਾ ਬਿਆਨ ਆਇਆ ਸੀਗਾ ਤੇ ਅੱਜ ਅਸੀਂ ਜਿਹੜੀ ਆ ਉਹਨਾਂ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਵਾ ਔਰ ਇਹਦੇ ਨਾਲ ਜਿਹੜਾ ਖੇਤੀ ਕਾਨੂੰਨ ਦੁਬਾਰਾ ਲਿਆਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਕੇਂਦਰ ਨੂੰ ਚੇਤਾਵਨੀ ਦਿੰਦੇ ਆ ਉਹ MSP ਦਾ ਗਰੰਟੀ ਦਾ ਕਾਨੂੰਨ ਲੈ ਕੇ ਆਵੇ ਔਰ ਜਿਹੜੇ ਲਖੀਮਪੁਰ ਦੇ ਖੀਰੀ ਵਾਲੇ ਮਹੱਲੇ ਤੇ ਜਿਹੜਾ ਮੰਤਰੀ ਆ ਉਹਨੂੰ ਅਸਤੀਫਾ ਦਵਾਵੇ ਔਰ ਕੇਸ ਰਹਿੰਦੇ ਵਾਪਸ ਲੈਣ। ਅਸੀਂ ਉਸੇ ਤਰ੍ਹਾਂ ਤਿਆਰ ਆ, ਤੁਸੀਂ ਲਿਆ ਕੇ ਤਾਂ ਵੇਖੋ, ਭਲਾ ਵੇਖਾਂਗੇ ਕਿਵੇਂ ਲੈ ਕੇ ਆਉਂਦੇ ਆ। ਦੂਸਰੀ ਗੱਲ ਹੈਗੀ ਵੀ ਜਿਹੜੀਆਂ ਚੰਨੀ ਸਰਕਾਰ ਨੇ ਵਾਅਦਾ ਕੀਤੇ ਕਰਜ਼ਾ ਮਾਫੀ, ਬੇਰੁਜ਼ਗਾਰ ਨੂੰ ਰੁਜ਼ਗਾਰ ਦੇਣ ਵਾਲੀਆਂ, ਇਹ ਗੱਲਾਂ ਹਾਲੇ ਰਹਿ ਰਹੀਆਂ। ਕੁਝ ਗੱਲਾਂ ਤੇ ਗੱਲੇ ਅੱਗੇ ਵਧੀ ਹੈਗੀ ਆ। ਅਸੀਂ ਚਾਹੁੰਦੇ ਵੀ 1-2 ਦਿਨਾਂ ਵਿੱਚ ਸ਼ਾਇਦ ਚੰਨੀ ਸਰਕਾਰ ਸਾਡੇ ਮਸਲੇ ਹੱਲ ਕਰੇ ਤੇ ਇਹ ਕੜਾਕੇ ਦੀ ਠੰਡ ਵਿੱਚ ਸਾਨੂੰ ਜਿਹੜੀਆਂ ਰੇਲਾਂ ਤੇ ਰੋਲਣਾ ਨਾ ਪਵੇ। ਇੱਕ ਬੰਨੇ ਕਿਸਾਨਾਂ ਦੀ ਖੱਜਲ ਖਰਾਬੀ ਹੋ ਰਹੀ, ਰੇਲਾਂ ਤੇ ਬਹਿਣਾ ਪੈ ਰਿਹਾ, ਇੱਕ ਬੰਨੇ ਸਾਡੇ ਭਰਾ ਜਾਂ ਵਪਾਰ ਤੇ ਵੀ ਇਹਦਾ ਬੁਰਾ ਅਸਰ ਪੈਂਦਾ। ਇਹਦੇ ਲਈ ਚੰਨੀ ਸਰਕਾਰ ਜ਼ਿੰਮੇਵਾਰ ਹੈਗੀ ਆ। ਧੰਨਵਾਦ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਇਸ ਬਿਆਨ ਦਾ ਪੰਜਾਬ ਦੇ ਕਿਸਾਨਾਂ ਨੇ ਵੀ ਜਵਾਬ ਦਿੱਤਾ। ਨੌਜਵਾਨਾਂ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਸੀਂ ਇਸੇ ਕਰਕੇ ਬਾਰਡਰਾਂ ਤੋਂ ਆਪਣੇ ਘਰ ਢਾਹ ਕੇ ਨਹੀਂ ਆਏ, ਬਲਕਿ ਉਸੇ ਤਰ੍ਹਾਂ ਚੱਕ ਕੇ ਲੈ ਕੇ ਆਏ ਹਾਂ ਕਿ ਜੇ ਸਰਕਾਰ ਦੀ ਨੀਅਤ ਖਰਾਬ ਹੁੰਦੀ ਹੈ, ਮੁੜ ਤੋਂ ਖੇਤੀ ਕਾਨੂੰਨ ਲਿਆਉਣ ਦੀ ਗੱਲ ਹੁੰਦੀ ਹੈ ਤਾਂ ਅਸੀਂ ਮੁੜ ਤੋਂ ਜਾ ਕੇ ਫੇਰ ਡੇਰੇ ਲਾ ਕੇ ਬਹਿ ਜਾਾਂਗੇ। ਇਹ ਨਾ ਸਮਝਿਓ ਕਿ ਅਸੀਂ ਥੱਕ ਕੇ ਅੱਕ ਕੇ ਮੁੜ ਗਏ ਹਾਂ। ਸਾਡੇ ਅੰਦਰ ਜਿਹੜਾ ਸੰਘਰਸ਼ ਲੜਨ ਦਾ ਰੋਹ ਹੈ ਉਹ ਪਹਿਲਾਂ ਨਾਲੋਂ ਵੀ ਵੱਧ ਪੈਦਾ ਹੋ ਗਿਆ। ਇਹ ਸੁਨੇਹਾ ਜਤਿੰਦਰ ਸਿੰਘ ਨਾਮ ਦੇ ਉਸ ਨੌਜਵਾਨ ਨੇ ਖੇਤੀਬਾੜੀ ਮੰਤਰੀ ਨੂੰ ਭੇਜਿਆ ਹੈ, ਜਿਹੜੇ ਕਿ ਪੂਰਾ 1 ਸਾਲ ਸਿੰਘੂ ਬਾਰਡਰ ਦੇ ਮੋਰਚੇ ਵਿੱਚ ਡਟੇ ਰਹੇ। ਤੋਮਰ ਸਾਹਿਬ ਦਾ ਇੱਕ ਬਿਆਨ ਆਇਆ ਲੇਟੈਸਟ, ਉਹ ਕਹਿੰਦਾ ਵੀ ਕੁਝ ਲੋਕਾਂ ਨੂੰ ਅਸੀਂ ਜਿਹੜੇ ਆਪਣੇ ਕਾਨੂੰਨ ਬਣਾਏ ਸੀਗੇ, ਕੁਝ ਲੋਕਾਂ ਨੂੰ ਅਸੀਂ ਸਮਝਾ ਨਹੀਂ ਪਾਏ ਜਾਂ ਜਿੱਦਾਂ ਵੀ ਕੁਝ ਲੋਕ ਸਮਝੇ ਨਹੀਂ। ਅਸੀਂ ਇਹ ਕਾਨੂੰਨ ਵੀ ਵਾਪਸ ਲੈ ਕੇ ਆਵਾਂਗੇ ਕਦੋਂ ਵੀ। ਸੋ ਤੋਮਰ ਸਾਹਿਬ ਨੂੰ ਇੱਕ ਮੇਰਾ ਸਾਡੀ ਟੀਮ ਵੱਲੋਂ ਇੱਕ ਬਿਆਨ, ਇੱਕ ਰਿਪਲਾਈ ਆ, ਤੁਸੀਂ ਕਹਿ ਸਕਦੇ ਆ, ਜੇ ਉਹਦੇ ਤੱਕ ਪਹੁੰਚਦਾ ਤੇ ਬਹੁਤ ਵਧੀਆ ਗੱਲ ਹੋਊਗੀ। ਸ਼ਾਇਦ ਇਹੀ ਇੱਕ ਰੀਜ਼ਨ ਸੀ, ਅਸੀਂ ਤਾਂ ਆਪਣੇ ਘਰ ਵੀ ਨਹੀਂ ਪੱਟੇ, ਅਸੀਂ ਉਹੀ ਘਰ ਵਾਪਸ ਲੈ ਕੇ ਆਏ ਆ। ਕੋਈ ਨਹੀਂ, ਕੱਲ ਨੂੰ ਉੱਥੇ ਲਿਜਾ ਕੇ ਦੁਬਾਰੇ ਮੋਰਚੇ ਲਾਣੇ ਹੋਣ ਤੇ ਅਸੀਂ ਨਹੀਂ ਦਬਦੇ। ਸੋ ਇਹ ਨਾ ਸੋਚਿਓ ਕਿ ਅਸੀਂ ਦਬ ਗਏ ਜਾਂ ਅਸੀਂ ਥੱਕ ਗਏ ਆ। ਕੁਛ ਭਾਵੇਂ ਲੀਡਰਾਂ ਨੇ ਕਹਿਤਾ ਹੋਵੇ ਵੀ ਅਸੀਂ ਥੱਕ ਗਏ ਆ,
ਤੇ ਅਸੀਂ ਨਾ ਤੇ ਥੱਕੇ ਆ ਤੇ ਨਾ ਅੱਕੇ ਆ, ਨਾ ਡਰਦੇ ਆ ਨਾ ਹਾਰਦੇ ਆ। ਤੇ ਅਸੀਂ ਦੁਬਾਰੇ ਵੀ ਤਿਆਰ ਹੈ, ਜਦੋਂ ਮਰਜ਼ੀ ਤੁਹਾਡਾ ਚਿੱਤ ਕਰੇ ਤੁਸੀਂ ਦੁਬਾਰੇ ਕਾਨੂੰਨ ਲਿਆਓ। ਅਸੀਂ ਸੰਘਰਸ਼ ਕਰਨ ਲਈ ਦੁਬਾਰੇ ਤਿਆਰ ਹੈ। ਜਿਵੇਂ ਇੱਦਾਂ ਇੱਕ ਸਾਲ ਬਾਅਦ ਤੁਹਾਡੇ ਹੈਂਕੜਬਾਜ਼ ਪ੍ਰਧਾਨ ਮੰਤਰੀ ਨੂੰ ਝੁਕਣਾ ਪਿਆ ਤੇ ਦੁਬਾਰੇ ਵੀ ਝੁਕਾਵਾਂਗੇ। ਹੁਣ ਗੱਲ ਕਰਦੇ ਆ ਉਹਨਾਂ ਕਿਸਾਨ ਲੀਡਰਾਂ ਦੀ, ਬਾਈ ਕਿਸਾਨ ਜਥੇਬੰਦੀਆਂ ਦੀ, ਜਿਹੜੀਆਂ ਕਿ ਵਾਇਆ ਸਿੰਘੂ ਚੋਣ ਮੈਦਾਨ ਦੇ ਵਿੱਚ ਨਿਤਰਨ ਦੇ ਲਈ ਆ ਗਈਆਂ ਨੇ। ਇੱਕ ਦਿਨ ਪਹਿਲਾਂ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਤੇ ਹੁਣ ਇਸ ਦੇ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਨੇ ਤਾਂ ਉਸੇ ਦਿਨ ਹੀ ਕਹਿ ਦਿੱਤਾ ਸੀ ਕਿ ਮੋਰਚੇ ਦਾ ਇਸ ਨਵੀਂ ਸਿਆਸੀ ਜਮਾਤ ਦੇ ਨਾਲ ਕੋਈ ਸੰਬੰਧ ਨਹੀਂ ਹੈ ਤੇ ਆਉਣ ਵਾਲੀ 15 ਜਨਵਰੀ ਨੂੰ ਜਿਹੜੀ ਬੈਠਕ ਹੋਣੀ ਹੈ ਸੰਯੁਕਤ ਕਿਸਾਨ ਮੋਰਚੇ ਦੀ, ਉਸ ਦੇ ਵਿੱਚੋਂ ਫੈਸਲਾ ਵੀ ਲੈਣਗੇ ਕਿ ਇਹ ਜਿਹੜੇ ਕਿਸਾਨ ਲੀਡਰ ਹੈਗੇ ਨੇ ਜਿਨ੍ਹਾਂ ਨੇ ਵੱਖਰੀ ਸਿਆਸੀ ਪਾਰਟੀ ਬਣਾ ਲਈ ਹੈ, ਇਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਰਹਿਣਗੇ ਵੀ ਜਾਂ ਫਿਰ ਨਹੀਂ। ਸਿੱਧੂਪੁਰ ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ। ਉੱਥੇ ਹੀ ਡਾਕਟਰ ਦਰਸ਼ਨਪਾਲ ਦਾ ਕਹਿਣਾ ਹੈ ਕਿ ਜਿਹੜੇ ਕਿਸਾਨਾਂ ਨੇ ਸਿਆਸੀ ਪਾਰਟੀ ਬਣਾਈ ਹੈ ਉਹਨਾਂ ਦਾ ਕੋਈ ਵਜੂਦ ਹੀ ਨਹੀਂ ਰਹਿਣਾ, ਨਾ ਤਾਂ ਉਹ ਕਿਸਾਨ ਲੀਡਰ ਰਹਿਣਗੇ, ਨਾ ਉਹ ਸੰਘਰਸ਼ੀ ਰਹਿਣਗੇ, ਨਾ ਹੀ ਉਹ ਸਿਆਸਤਦਾਨ ਬਣ ਸਕਣਗੇ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਯੋਗਿੰਦਰ ਯਾਦਵ ਨੇ ਵੀ ਸਵਾਲ ਪੁੱਛਿਆ ਕਿ ਕੀ ਤੁਸੀਂ ਆਪਣੀ ਨਵੀਂ ਸਿਆਸੀ ਪਾਰਟੀ ਦਾ ਰਲੇਵਾਂ ਆਮ ਆਦਮੀ ਪਾਰਟੀ ਦੇ ਨਾਲ ਕਰ ਰਹੇ ਹੋ। ਇਸ ਤੇ ਕਾਂਗਰਸ ਦੇ ਯੂਥ ਲੀਡਰ ਵਰਿੰਦਰ ਢਿੱਲੋਂ ਨੇ ਕਿਹਾ ਕਿ ਜੇ ਕਿਸਾਨਾਂ ਦੀ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਇਆ ਤਾਂ ਇਹ ਕਿਸਾਨਾਂ ਦੀ ਸ਼ਹਾਦਤ ਦਾ ਅਪਮਾਨ ਹੋਵੇਗਾ। ਮੋਰਚੇ ਦੇ ਨਾਲ ਜੁੜੇ ਹੋਏ ਦੀਪ ਸਿੱਧੂ ਨੇ ਵੀ ਇਸ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇੱਕੋ ਮੌਕੇ 22 ਬਿੱਲੀਆਂ ਥੈਲੇ ਵਿੱਚੋਂ ਬਾਹਰ ਆ ਗਈਆਂ ਨੇ। ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਚੋਣਾਂ ਲੜਨ ਦਾ ਹੱਕ ਹੈ। ਕਹਿੰਦੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਕਿਸਾਨਾਂ ਨੂੰ ਚੋਣ ਮੈਦਾਨ ਦੇ ਵਿੱਚ ਨਿੱਤਰਨਾ ਚਾਹੀਦਾ ਹੈ, ਜਦਕਿ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਹਾਲ ਅੰਨਾ ਹਜ਼ਾਰੇ ਵਰਗਾ ਹੋਵੇਗਾ ਜਿਨ੍ਹਾਂ ਨੇ ਸਿਆਸੀ ਪਾਰਟੀ ਬਣਾਈ ਹੈ। ਸੋ ਹਾਲ ਦੀ ਘੜੀ ਕਿਸਾਨ ਆਪਣੀ ਇਸ ਸਿਆਸਤ ਦੇ ਵਿੱਚ ਕਿੰਨੇ ਕੁ ਕਾਮਯਾਬ ਹੋ ਸਕਣਗੇ, ਕੀ ਬਲਵੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਬਣ ਸਕਣਗੇ, ਇਹ ਹਾਲੇ ਸਵਾਲ ਹੀ ਬਣੇ ਹੋਏ ਨੇ ਕਿਉਂਕਿ ਕਿਸਾਨਾਂ ਦੇ ਵਿੱਚ ਏਕਾ ਨਹੀਂ ਹੈ। 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ 10 ਕਿਸਾਨ ਜਥੇਬੰਦੀਆਂ ਇਸ ਮੋਰਚੇ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਸ਼ਾਮਲ ਨਹੀਂ ਤੇ ਨਾ ਹੀ ਇਹਨਾਂ ਨਾਲ ਸਹਿਮਤ ਹਨ। ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ 22 ਦੀਆਂ 32 ਹੋ ਜਾਣ ਜਾਂ ਫਿਰ 22 ਦੀਆਂ ਘਟ ਕੇ 12 ਰਹਿ ਜਾਣ। ਇਹ ਇਸ ਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਇਹ ਕਹਿਣਾ ਕਿ ਪਾਰਟੀ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਤੇ ਪਾਰਟੀ ਦੇ ਵਿੱਚ ਘਾਟਾ ਵੀ ਹੋ ਸਕਦਾ ਹੈ ਕਿਉਂਕਿ ਲੋਕਾਂ ਦੇ ਵੱਖੋ ਵੱਖਰੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ। ਤੇ ਇਹ ਵੀ ਬੜੀ ਅਹਿਮ ਗੱਲ ਹੈ ਕਿ ਸਿਆਸੀ ਪਾਰਟੀ ਬਣਾਉਣ ਦੇ ਵਿੱਚ ਵੀ ਵੱਡੇ ਲੀਡਰ ਸ਼ਾਮਲ ਨੇ ਕਿਸਾਨਾਂ ਦੇ ਤੇ ਜਿਹੜੇ ਇਸ ਨਾਲ ਅਸਹਿਮਤ ਨੇ ਉਹਨਾਂ ਦੇ ਵਿੱਚ ਵੀ ਵੱਡੇ ਲੀਡਰ ਨੇ। ਸੋ ਜਿਹੜੀਆਂ ਦੋ ਵੱਡੀਆਂ ਜਥੇਬੰਦੀਆਂ ਨੇ ਜੋਗਿੰਦਰ ਸਿੰਘ ਉਗਰਾਹਾਂ ਦੀ ਉਗਰਾਹਾਂ ਗਰੁੱਪ ਤੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਨਾਂ ਦੇ ਨਾਲ ਵੀ ਵੱਡੀ ਧਿਰ ਹੈ ਕਿਸਾਨਾਂ ਦੀ, ਪੰਜਾਬ ਦੇ ਕਿਸਾਨਾਂ ਦੀ, ਖਾਸ ਕਰਕੇ ਮਾਝੇ ਦੇ ਕਿਸਾਨਾਂ ਦੀ, ਉਹ ਵੀ ਸਿਆਸਤ ਵਿੱਚ ਨਿਤਰਨ ਦੇ ਫੈਸਲੇ ਨਾਲ ਪੂਰੀ ਤਰ੍ਹਾਂ ਦੇ ਨਾਲ ਅਸਹਿਮਤ ਨੇ। ਉਹਨਾਂ ਦੀ ਪਾਰਟੀ ਦਾ ਆਪਣਾ ਵੱਖਰਾ ਸਟੈਂਡ ਹੈ ਕਿ ਉਹ ਸਿਆਸਤ ਦੇ ਵਿੱਚ ਨਹੀਂ ਜਾਣਗੇ ਕਿਉਂਕਿ ਕਿਸਾਨਾਂ ਦੇ ਮਸਲਿਆਂ ਦਾ ਹੱਲ ਸਿਆਸਤ ਨਹੀਂ ਕਰ ਸਕਦੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਿਹਦੇ ਬਾਰੇ ਕੱਲ ਕਿਸਾਨਾਂ ਨੇ ਇਹ ਦਾਅਵਾ ਕੀਤਾ ਸੀ ਸਿਆਸੀ ਪਾਰਟੀ ਬਣਾਉਣ ਵਾਲੇ ਕਿਸਾਨਾਂ ਨੇ ਕਿ ਡਕੌਂਦਾ ਪਾਰਟੀ ਵੀ ਸਾਡੇ ਨਾਲ ਆ ਜਾਏਗੀ ਤੇ ਜਿਹੜੀ ਇੱਕ ਹੋਰ ਪਾਰਟੀਆਂ ਨੇਗੀਆਂ ਉਹ ਵੀ ਸਾਡੇ ਨਾਲ ਆ ਜਾਣਗੀਆਂ ਕਿਸਾਨਾਂ ਦੀਆਂ ਜਥੇਬੰਦੀਆਂ। ਪਰ ਡਕੌਂਦਾ ਦੇ ਪ੍ਰਧਾਨ ਨੇ ਸਾਫ਼ ਇਨਕਾਰ ਕਰ ਦਿੱਤਾ ਹੈ। ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਕਮਲਜੀਤ ਖੰਨਾ ਨੇ ਕਿਹਾ ਕਿ ਚੋਣ ਲੜਨ ਲਈ ਬਣੇ ਸੰਯੁਕਤ ਸਮਾਜ ਮੋਰਚੇ ਦਾ ਅਸੀਂ ਹਿੱਸਾ ਨਹੀਂ ਬਣਾਂਗੇ। ਉਹਨਾਂ ਕਿਹਾ ਕਿ 1.5 ਸਾਲ ਦੇ ਲੰਮੇ ਸੰਘਰਸ਼ ਦੇ ਵਿੱਚ ਉਸਰੀ ਕਿਸਾਨ ਮੋਰਚੇ ਦੀ ਏਕਤਾ ਨੂੰ ਅਸੀਂ ਕਿਸੇ ਵੀ ਕੀਮਤ ਤੇ ਆਂਚ ਵੀ ਨਹੀਂ ਆਉਣ ਦੇਵਾਂਗੇ। ਲੋਕ ਭਾਵਨਾਵਾਂ ਸਰਕਾਰ ਬਣਾਉਣਾ ਚਾਹੁੰਦੀਆਂ ਨੇ ਪਰ ਅਜੋਕੇ ਹਾਲਾਤ ਵਿੱਚ ਸੰਘਰਸ਼ ਤੇ ਏਕਤਾ ਹੀ ਇੱਕੋ ਇੱਕ ਮੂਲ ਮੰਤਰ ਹੈ। ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸੰਘਰਸ਼ ਹਮੇਸ਼ਾ ਸੜਕਾਂ ਤੇ ਬਹਿ ਕੇ ਹੀ ਲੜੇ ਤੇ ਜਿੱਤੇ ਜਾਂਦੇ ਨੇ। ਮੀਡੀਆ, ਅਫਸਰਸ਼ਾਹੀ, ਨਿਆਂਪਾਲਿਕਾ ਸਿੱਧਾ ਕੇਂਦਰ ਸਰਕਾਰ ਦੇ ਅਧੀਨ ਹੈ। ਸੋ ਸਿਆਸਤ ਕਿਸਾਨਾਂ ਲਈ ਬਣੀ ਹੀ ਨਹੀਂ। ਸਾਨੂੰ ਬੇਰੁਜ਼ਗਾਰੀ, ਨਸ਼ੇ, ਐਮਐਸਪੀ ਤੇ ਹੋਰ ਰਹਿੰਦੀਆਂ ਮੰਗਾਂ ਲਈ ਇਕਜੁੱਟ ਹੋਣਾ ਪਵੇਗਾ। ਜਿਵੇਂ ਇਕਜੁੱਟ ਹੋ ਕੇ ਪਿਛਲਾ ਸੰਘਰਸ਼ ਲੜਿਆ ਤੇ ਜਿੱਤਿਆ ਹੈ ਉਵੇਂ ਹੀ ਅਗਲਾ ਵੀ ਜਿੱਤਣਾ ਪਵੇਗਾ। ਬਾਕੀ ਸਾਡੀ ਜਥੇਬੰਦੀ ਦਾ ਤਾਂ ਕਹਿੰਦੇ ਨਾ ਕੋਈ ਪਹਿਲਾਂ ਚੋਣਾਂ ਲੜਨ ਦਾ ਇਰਾਦਾ ਸੀ, ਨਾ ਹੁਣ ਹੈ ਤੇ ਨਾ ਹੀ ਹੋਵੇਗਾ। ਹਾਲੇ ਫੈਸਲਾ ਹੋਇਆ ਵਾ ਵੀ ਕੁਝ ਸਾਡੀਆਂ ਧਿਰਾਂ ਵੱਲੋਂ ਵੀ ਅਸੀਂ ਇੱਕ ਸੰਯੁਕਤ ਸਮਾਜ ਮੋਰਚਾ ਬਣਾ ਕੇ ਇਲੈਕਸ਼ਨ ਵਿੱਚ ਜਾਣਾ ਵਾ, ਇਲੈਕਸ਼ਨ ਲੜਨੀ ਹੈ। ਚਲੋ ਉਹਨਾਂ ਦਾ ਇਹ ਜਮਹੂਰੀ ਅਧਿਕਾਰ ਹੈਗਾ ਵਾ ਵੀ ਉਹ ਇਲੈਕਸ਼ਨ ਲੜਨ, ਵੀ ਇੱਕ ਸਿਆਸੀ ਬਦਲ ਹੋਵੇ, ਏਜੰਡਿਆਂ ਤੇ ਹੋਵੇ। ਤੁਸੀਂ ਦੂਜਾ ਪੱਖ ਵੇਖੋ ਵੀ ਇੱਥੇ ਬੁੱਧੀਜੀਵੀ, ਹਰ ਇੱਕ ਬੁੱਧੀਜੀਵੀ ਨੂੰ ਵੀ ਹੱਕ ਹੈ ਉਹ ਇਲੈਕਸ਼ਨ ਲੜੇ, ਪੱਤਰਕਾਰਾਂ ਨੂੰ ਵੀ ਹੱਕ ਹੈ ਉਹ ਇਲੈਕਸ਼ਨ ਲੜਨ। ਤੁਸੀਂ ਪੱਤਰਕਾਰ ਵੀ ਦੇਖੋ ਗੈਰ ਕੀ ਇਲੈਕਸ਼ਨਾਂ 'ਚ, ਮੈਂ ਤੁਹਾਨੂੰ ਪਹਿਲੋਂ ਦੇ ਦੇਣਾ ਸੰਕੇਤ, ਦੇਖ ਲੋਗੇ ਐ ਨਹੀਂ ਮੀਡੀਆ 'ਚ ਗੱਲਾਂ ਚੱਲੀਆਂ। ਔਰ ਇਹ ਤੋਂ ਕਹਾਂ ਗਾਇਕ ਭਾਈਚਾਰਾ ਵੀ ਹੋਵੇ, ਇਨਫਰਾਸਟ੍ਰਕਚਰ ਕਿਵੇਂ ਹੈਗਾ, ਹੈ ਨਹੀਂ ਗਾ ਵੀ ਤੁਸੀਂ ਘੱਟੋ ਘੱਟ ਮੁੱਢਲਾ ਢਾਂਚਾ ਚਾਹੀਦਾ ਜਿਹੜਾ ਇਲੈਕਸ਼ਨ ਲੜਨ ਵਾਸਤੇ ਆ।
ਨਾਲੇ ਕਹਿੰਦੇ ਸਿਆਸਤਦਾਨ ਬਾਗ ਹੈਗੇ ਆ, ਬਘਿਆੜ ਹੈਗੇ ਆ, ਤੁਸੀਂ ਕਿਤੇ ਆਓ ਤੁਹਾਨੂੰ ਖਾ ਜਾਣਗੇ। ਹੁਣ ਜਿਵੇਂ ਜਿਵੇਂ ਆ ਗੱਲਾਂ ਆ ਰਹੀਆਂ, ਬੁੱਧੀਜੀਵੀ ਆਪ ਦਾ ਸਟੈਂਡ ਬਦਲਦੇ ਜਾ ਰਹੇ ਆ। ਹੁਣ ਇਹ ਗੱਲਾਂ ਕਹਿ ਕੇ ਜਿਵੇਂ ਮਰਜ਼ੀ ਕਰ ਲਓ। ਕੱਲ ਤੱਕ ਅਸੀਂ ਕਈਆਂ ਨੂੰ ਨਿੰਦਦੇ ਰਹੇ ਹਾਂ ਵੀ ਉਹ ਅੰਦੋਲਨ ਵਿੱਚ ਵੜ ਕੇ ਇਹ ਗੱਲਾਂ ਕਹਿ ਕੇ ਚੀਜ਼ਾਂ ਲੈ ਕੇ ਆ ਰਹੇ ਵੀ ਸੰਗਤ ਫੈਸਲਾ ਕਰੂਗੀ, ਸੰਗਤ ਦਾ ਆਹ ਕੰਮ ਹੈਗਾ, ਸੰਗਤ ਆਹ ਚਾਹੁੰਦੀ ਆ ਵੀ ਵੱਧ ਕੇ ਲੜਨਾ ਚਾਹੀਦਾ। ਅਸਲ ਵਿੱਚ ਜਿਹੜਾ ਵਾ ਇਹ ਠੀਕ ਨਹੀਂ ਹੈਗਾ, ਸੋਚ ਸਮਝ ਕੇ ਲੜਨਾ ਚਾਹੀਦਾ। ਅਸੀਂ ਸਹਿਮਤ ਸੀ ਵੀ ਗੱਲ ਤਾਂ ਠੀਕ ਹੈਗੀ ਆ। ਹੁਣ ਉਹੀ ਕਹਿੰਦੇ ਨੇ ਫਿਰ ਸੰਗਤ ਦੇ ਸਿਰ ਤੇ ਵੀ ਲੋਕ ਕਹਿੰਦੇ ਆ ਸਾਨੂੰ। ਹੁਣ ਸਵਾਲ ਠੀਕ ਹੈ, ਲੋਕਾਂ ਦੀ ਖਾਹਿਸ਼ ਵੀ ਹੋ ਸਕਦੀ ਆ, ਲੋਕ ਕਹਿੰਦੇ ਵੀ ਹੈਗੇ ਆ ਵੀ ਕਿਸਾਨ ਆਗੂਆਂ ਨੂੰ ਜਿਹੜਾ ਇਲੈਕਸ਼ਨ ਵਿੱਚ ਆਉਣਾ ਚਾਹੀਦਾ। ਇਹ ਸਧਾਰਨ ਬੰਦੇ ਦੀ ਖਾਹਿਸ਼ ਹੋ ਸਕਦੀ ਹੈ। ਹੁਣ ਸਵਾਲ ਤੇ ਹੈਗਾ ਵੀ ਜਿਹੜੇ ਸਮਝਦਾਰ ਆਗੂ ਨੇ, ਗਵਾਹੀ ਕਰਨ ਵਾਲੇ ਆਗੂ ਨੇ, ਉਹ ਕੀ ਸਮਝਦੇ ਨੇ ਇਲੈਕਸ਼ਨਾਂ 'ਚ ਆ ਕੇ ਜਿਹੜੇ ਮਸਲਿਆਂ ਦਾ ਹੱਲ ਅਸੀਂ ਕਰਨਾ ਚਾਹੁੰਦੇ ਹਾਂ ਉਹ ਮਸਲਿਆਂ ਦਾ ਹੱਲ ਹੋ ਜਾਊਗਾ ਕਿ ਮਸਲੇ ਰੁੱਲ ਜਾਣਗੇ? ਕਿਉਂਕਿ ਉਦੋਂ ਬਾਅਦ ਜੇ ਲਹਿਰ ਨੂੰ ਸੱਟ ਤਾਂ ਵੱਜ ਗਈ, ਲਹਿਰ ਦਾ ਨੁਕਸਾਨ ਹੋ ਗਿਆ, ਅੱਡ ਛੱਡ ਦਿਓ। ਜੇ ਕੁਝ ਨਾ ਹੋਇਆ ਤਾਂ ਉਹ ਤੋਂ ਬਾਅਦ ਲੋਕ ਭਰੋਸਾ ਕਰਨਗੇ ਸਾਡੇ ਤੇ। ਹੁਣ ਹੀ ਕੁਝ ਸਿਆਸੀ ਪਾਰਟੀਆਂ ਕਹਿਣ ਡੇ ਵੀ ਤੁਹਾਡਾ ਮਨੋਰਥ ਆ, ਖਾਸ ਕਰਕੇ ਭਾਜਪਾ ਨੇ ਕਹਿਣਾ ਹੀ ਆ ਉਹ ਸਾਡੀ ਦੁਸ਼ਮਣ ਜਮਾਤ ਆ, ਵੀ ਤੁਸੀਂ ਤਾਂ ਇਸੇ ਕਰਕੇ ਆਏ ਸੀ। ਫਿਰ ਦੋਹਰੇ ਲੋਕ ਕਿਸੇ ਲਹਿਰ ਤੇ ਵਿਸ਼ਵਾਸ ਕਰਨਗੇ, ਲਹਿਰ ਅੱਗੇ ਚੱਲੂਗੀ। ਇਹ ਸਵਾਲ ਹੈਗੇ ਅੱਜ ਦੀ ਡੇਟ ਵਿੱਚ ਸਾਡੇ ਸਾਹਮਣੇ। ਸੋ ਕਿਸਾਨਾਂ ਦੀ ਨਵੀਂ ਪਾਰਟੀ ਤੋਂ ਬਾਅਦ ਲੋਕਾਂ ਦੇ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਨੇ। ਸਾਡੇ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਉਹ ਇਸ ਗੱਲ ਦੇ ਨਾਲ ਸਹਿਮਤ ਨੇ। ਉਹਨਾਂ ਨੇ ਸਹਿਮਤੀ ਜਤਾਈ ਹੈ ਕਿ ਕਿਸਾਨਾਂ ਨੇ ਵਧੀਆ ਕੀਤਾ, ਪਰ ਇੱਕ ਜਿਹੜਾ ਧਿਰ ਇਹੋ ਜਿਹੀ ਵੀ ਹੈਗੀ ਹੈ ਲੋਕਾਂ ਦੀ ਜਿਹੜੇ ਕਿਸਾਨਾਂ ਦੇ ਸਿਆਸੀ ਪਾਰਟੀ ਬਣਾਉਣ ਤੇ ਸਹਿਮਤ ਨਹੀਂ, ਕਿਉਂਕਿ ਏਕਾ ਨਹੀਂ ਹੈ ਸਾਰੇ ਕਿਸਾਨਾਂ ਦੇ ਵਿੱਚ। ਏਕੇ ਤੋਂ ਬਿਨਾਂ ਛੋਟੀਆਂ ਪਾਰਟੀਆਂ ਨੂੰ ਆਖਿਰਕਾਰ ਕਿਸੇ ਨਾ ਕਿਸੇ ਰਵਾਇਤੀ ਪਾਰਟੀ ਦੇ ਨਾਲ ਗੱਠਜੋੜ ਤਾਂ ਕਰਨਾ ਹੀ ਪਵੇਗਾ। ਆਜ਼ਾਦ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ, ਸੱਤਾ ਦੇ ਵਿੱਚ ਸਰਕਾਰ ਬਣਾਉਣਾ ਕੋਈ ਸੌਖਾ ਨਹੀਂ ਹੈ, ਸੱਤਾ ਵਿੱਚ ਆਉਣਾ ਸੌਖਾ ਨਹੀਂ ਹੈ। ਸੋ ਵੱਖੋ ਵੱਖਰੇ ਪ੍ਰਤੀਕਰਮ ਨੇ। ਤੇ ਹੁਣ ਕਿਸਾਨਾਂ ਨੇ ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ, ਉਹ ਕਿਹੜੀ ਪਾਰਟੀ ਨਾਲ ਗੱਠਜੋੜ ਕਰਨਗੇ, ਇਸ ਦੀ ਚਰਚਾ ਗਰਮ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਗੱਠਜੋੜ ਕਰਨ ਦੀ ਚਰਚਾ ਚੱਲ ਰਹੀ ਹੈ। ਕਾਂਗਰਸ ਨਾਲ ਕਰਨਗੇ ਜਾਂ ਅਕਾਲੀ ਦਲ ਦੇ ਨਾਲ ਕਰਨਗੇ, ਕਿਉਂਕਿ ਬੀਜੇਪੀ ਦੇ ਨਾਲ ਕਰਨ ਦਾ ਹਾਲੇ ਤੱਕ ਤਾਂ ਸਵਾਲ ਪੈਦਾ ਨਹੀਂ ਹੁੰਦਾ। ਆਉਂਦੇ ਦਿਨਾਂ ਦੇ ਵਿੱਚ ਕੀ ਹੋ ਸਕਦਾ ਕੁਝ ਨਹੀਂ ਕਿਹਾ ਜਾ ਸਕਦਾ। ਸੋਸ਼ਲ ਮੀਡੀਆ ਤੇ ਉੱਤੇ ਸ਼ਮੀਲ ਦੀ ਵਾਲ ਤੇ ਲਿਖੀ ਇੱਕ ਪੋਸਟ ਹੈ ਜਿਹੜੀ ਉਹ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਸਾਂਝਾ ਕਰ ਰਹੇ ਨੇ। ਉਹਨਾਂ ਲਿਖਿਆ ਕਿ ਕਿਸਾਨ ਗਰੁੱਪਾਂ ਦਾ ਚੋਣਾਂ ਲੜਨ ਦਾ ਪਲਾਨ ਬਹੁਤ ਖਤਰੇ ਤੇ ਲਾਲਸਾ ਵਾਲਾ ਹੈ। ਮੂਰਖਾਨਾ ਹੱਦ ਤੱਕ ਲਾਲਸਾ ਝਲਕ ਰਹੀ ਹੈ। ਕਹਿੰਦੇ ਕਿਸਾਨ ਲੀਡਰਾਂ ਦੀ ਜੋ ਇੱਜ਼ਤ ਪਿਛਲੇ ਸਮੇਂ 'ਚ ਬਣੀ ਹੈ ਉਸ ਨੂੰ ਉਹ ਚੰਦ ਦਿਨਾਂ ਵਿੱਚ ਮਿੱਟੀ 'ਚ ਮਿਲਾ ਲੈਣਗੇ। ਕਹਿੰਦੇ ਲੱਗਦਾ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਜਾਂਦੀ ਵਾਰੀ ਸਿਰ 'ਚ ਸੁਆਹ ਪਾਉਣ ਦੀ ਪੱਕੀ ਠਾਣੀ ਹੈ। ਜਿੰਨਾ ਇੱਜ਼ਤ ਮਾਣ ਕਿਸਾਨ ਅੰਦੋਲਨ ਦੌਰਾਨ ਕਿਸਾਨ ਲੀਡਰਾਂ ਨੂੰ ਮਿਲਿਆ, ਉਸ ਤਰ੍ਹਾਂ ਦਾ ਸਨਮਾਨ ਇਤਿਹਾਸ ਵਿੱਚ ਕਦੇ-ਕਦੇ ਹੀ ਕਿਸੇ ਦੇ ਹਿੱਸੇ ਆਉਂਦਾ ਹੈ। ਕੁਝ ਨੁਕਤੇ ਇਹਨਾਂ ਨੇ ਸਾਂਝੇ ਕੀਤੇ ਨੇ। ਕਹਿੰਦੇ ਤੁਹਾਡਾ ਸੰਘਰਸ਼ ਪਹਿਲੀ ਗੱਲ ਤਾਂ ਹਾਲੇ ਖਤਮ ਨਹੀਂ ਹੋਇਆ। MSP ਤੇ ਹੋਰ ਮੰਗਾਂ ਤੇ ਗੱਲ ਚੱਲ ਰਹੀ ਹੈ। ਇਸ਼ਾਰੇ ਪਹਿਲਾਂ ਹੀ ਮਿਲਣੇ ਸ਼ੁਰੂ ਹੋ ਗਏ ਨੇ ਕਿ ਸਰਕਾਰ ਖੇਤੀ ਕਾਨੂੰਨ ਵਾਪਸ ਲਿਆ ਸਕਦੀ ਹੈ। ਸਿਆਸੀ ਪਾਰਟੀ ਬਣਾਉਣ ਤੋਂ ਬਾਅਦ ਕਿਹੜੇ ਮੂੰਹ ਨਾਲ ਕਿਸਾਨਾਂ ਦੇ ਨੁਮਾਇੰਦੇ ਬਣ ਕੇ ਤੁਸੀਂ ਸਰਕਾਰ ਦੇ ਨਾਲ ਗੱਲ ਕਰੋਗੇ। ਦੂਸਰਾ ਉਹਨਾਂ ਨੇ ਨੁਕਤਾ ਦਿੱਤਾ ਹੈ ਕਿ ਹਰ ਅੰਦੋਲਨ ਦੇ ਵਿੱਚੋਂ ਸਿਆਸੀ ਲੋਕ ਵੀ ਨਿਕਲਦੇ ਨੇ। ਜੇ ਕੁਝ ਲੋਕ ਕਿਸਾਨ ਜਥੇਬੰਦੀਆਂ ਨੂੰ ਛੱਡ ਕੇ ਸਿਆਸਤ ਵਿੱਚ ਚਲੇ ਜਾਂਦੇ ਨੇ ਤਾਂ ਇਸ ਨਾਲ ਕਿਸੇ ਨੂੰ ਕੋਈ ਸਮੱਸਿਆ ਨਹੀਂ ਸੀ ਹੋਣੀ, ਪਰ ਹੁਣੇ ਹੀ ਤੁਹਾਡਾ ਅੰਦੋਲਨ ਖਤਮ ਹੋਇਆ ਹੈ, ਹੁਣੇ ਤੁਸੀਂ ਪਾਰਟੀ ਬਣਾਉਣ ਦੇ ਰਾਹ ਤੁਰ ਪਏ ਹੋ, ਖਤਮ ਵੀ ਨਹੀਂ ਹੋਇਆ, ਸਸਪੈਂਡ ਹੋਇਆ। ਇੱਕ ਨੁਕਤਾ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਮੋਦੀ ਤੇ ਅਮਿਤ ਸ਼ਾਹ ਦੀ ਵੰਡੋ ਤੇ ਰਾਜ ਕਰੋ ਦੀ ਨੀਤੀ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ। ਇੱਕ ਪਾਸੇ ਪੰਜਾਬ 'ਚ ਗਰਮ ਖਿਆਲੀ ਸਿੱਖ ਸਿਆਸਤ ਨੂੰ ਸ਼ਹਿ ਦੇ ਕੇ ਡਰ ਦਾ ਮਾਹੌਲ ਪੈਦਾ ਕਰਕੇ ਪੰਜਾਬ ਦੇ ਹਿੰਦੂ ਵੋਟਰਾਂ ਨੂੰ ਇੱਕ ਪਾਸੇ ਇਕੱਠਾ ਕਰਨਾ ਹੈ, ਦੂਸਰੇ ਪਾਸੇ ਬਾਕੀ ਵੋਟਾਂ ਨੂੰ ਕਈ ਹਿੱਸਿਆਂ ਦੇ ਵਿੱਚ ਵੰਡਣਾ ਹੈ। ਅਜਿਹੇ ਮਾਹੌਲ ਵਿੱਚ ਕਿਸਾਨ ਲੀਡਰਾਂ ਦਾ ਆਪਣੀ ਪਾਰਟੀ ਬਣਾਉਣਾ ਸਿੱਧੇ ਤੌਰ ਤੇ ਮੋਦੀ ਅਮਿਤ ਸ਼ਾਹ ਦੀ ਚਾਲ 'ਚ ਫਸਣਾ ਹੋਵੇਗਾ। ਜਿਸ ਮੋਦੀ ਨੂੰ ਉਹ ਦਿੱਲੀ ਵਿੱਚ ਬੜੀ ਸ਼ਾਨ ਨਾਲ ਹਰਾ ਕੇ ਆਏ ਨੇ, ਉਸੇ ਮੋਦੀ ਨੂੰ ਪੰਜਾਬ 'ਚ ਜਿਤਾਉਣ ਦਾ ਕਾਰਨ ਬਣਨਗੇ। ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਨੁਕਤੇ ਨੇ ਜਿਹੜੇ ਉਹਨਾਂ ਨੇ ਦਿੱਤੇ ਨੇ। ਹਾਲੇ 3 ਦਿਨ ਪਹਿਲਾਂ ਹੀ ਕਿਸਾਨ ਦਿਵਸ ਲੰਘ ਕੇ ਗਿਆ ਹੈ, ਪਰ ਪੰਜਾਬ ਦੇ ਵਿੱਚੋਂ ਖੁਦਕੁਸ਼ੀ ਦੀਆਂ ਖਬਰਾਂ ਨਹੀਂ ਰੁਕ ਰਹੀਆਂ। ਹਲਕਾ ਸਰਦੂਲਗੜ੍ਹ ਦੇ ਪਿੰਡ ਰਾਮਾਨੰਦੀ ਦੇ ਕਿਸਾਨ ਕਰਮਜੀਤ ਸਿੰਘ, ਉਮਰ 47 ਸਾਲ ਸੀ, ਉਸਨੇ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਕਰ ਲਈ ਹੈ। ਕਰਮਜੀਤ ਸਿੰਘ ਕੋਲ 4 ਏਕੜ ਜ਼ਮੀਨ ਸੀ। ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਤੇ ਉਹਨਾਂ ਦੀ ਨਰਮੇ ਦੀ ਸਾਰੀ ਫਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋ ਗਈ ਸੀ। ਮੁਆਵਜ਼ਾ ਵੀ ਨਹੀਂ ਮਿਲ ਰਿਹਾ ਸੀ। ਕਰਮਜੀਤ ਸਿੰਘ ਦੇ ਸਿਰ ਤੇ 6,70,000 ਰੁਪਏ ਦਾ ਬੈਂਕ ਦਾ ਕਰਜ਼ਾ ਸੀ। ਪਿੱਛੇ ਆਪਣੀ ਪਤਨੀ, ਪੁੱਤਰ ਅਤੇ ਇੱਕ ਧੀ ਨੂੰ ਛੱਡ ਗਏ ਨੇ। ਪੁੱਤ ਦੀ ਉਮਰ 17 ਸਾਲ ਹੈ, ਧੀ 19 ਸਾਲ ਦੀ ਹੈ।
ਕਿਸਾਨ ਜਥੇਬੰਦੀਆਂ ਨੇ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮਾਫ ਕਰਨ, ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵਿੱਚ ਡੀਸੀ ਤੇ ਐਸਡੀਐਮ ਦਫ਼ਤਰਾਂ ਦੇ ਬਾਹਰ ਪੱਕੇ ਮੋਰਚੇ ਦਿਨ ਰਾਤ ਤੇ ਪੱਕੇ ਧਰਨੇ ਲਗਾਤਾਰ 7ਵੇਂ ਦਿਨ ਵੀ ਜਾਰੀ ਰਹੇ। ਐਤਵਾਰ ਦੇ ਧਰਨਿਆਂ ਦੀ ਸ਼ੁਰੂਆਤ ਸਾਮਰਾਜ ਵਿਰੋਧੀ ਜਾਨ ਹੂਲਵੀਂ ਲੜਾਈ ਵਿੱਚ ਮਿੱਥ ਕੇ ਅੰਗਰੇਜ਼ਾਂ ਦੇ ਨਾਲ ਸਿੱਧੇ ਮੱਥੇ ਟੱਕਰਨ ਵਾਲੇ ਤੇ ਫਿਰ ਹੱਸ ਕੇ ਜਾਨ ਵਾਰਨ ਵਾਲੇ ਸਿਰਲੱਥ ਯੋਧੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਨਾਲ ਕੀਤੀ ਗਈ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਜਦਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਉਸ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਹੀਦਾਂ ਦੇ ਰਾਹ ਤੇ ਚੱਲਣ ਦੀ ਅਰਦਾਸ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸ਼ਹੀਦੀ ਨੂੰ ਸਜਦਾ ਕੀਤਾ। ਲੁਧਿਆਣਾ ਬੰਬ ਧਮਾਕੇ ਦੇ ਨਾਲ ਜੁੜੀ ਤਾਜ਼ਾ ਅਪਡੇਟ ਇਹ ਹੈ ਕਿ ਬੰਬ ਧਮਾਕੇ ਦੇ ਵਿੱਚ ਮੁਲਜ਼ਮ ਗਗਨਦੀਪ ਸਿੰਘ ਦੀ ਸਕੂਟੀ ਪੁਲਿਸ ਨੇ ਬਰਾਮਦ ਕਰ ਲਈ ਹੈ, ਕਿਉਂਕਿ ਜਾਣਕਾਰੀ ਇਹ ਮਿਲੀ ਸੀ ਕਿ ਉਹ ਘਰੋਂ ਐਕਟਿਵਾ ਤੇ ਨਿਕਲਿਆ ਸੀ ਪਰ ਅਦਾਲਤੀ ਕੰਪਲੈਕਸ ਦੇ ਵਿੱਚ ਕਾਰ ਤੇ ਪਹੁੰਚਿਆ ਸੀ। ਗਗਨਦੀਪ ਸਿੰਘ ਉਹੀ ਹੈ ਜਿਸ ਨੇ ਬੰਬ ਅਸੈਂਬਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਖੁਦ ਹੀ ਮਾਰਿਆ ਗਿਆ। ਪੂਰੇ ਪੰਜਾਬ ਦੇ ਵਿੱਚ ਪੁਲਿਸ ਨੇ ਚੌਕਸੀ ਵੀ ਵਧਾ ਦਿੱਤੀ ਹੈ। ਥਾਂ-ਥਾਂ ਤੇ ਨਾਕੇ ਲਾ ਕੇ ਪੁਲਿਸ ਚੈਕਿੰਗ ਕਰ ਰਹੀ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੁਲਿਸ ਦੀਆਂ ਪੈਂਟਾਂ ਗਿੱਲੀਆਂ ਹੋਣ ਵਾਲੇ ਵਿਵਾਦਿਤ ਬਿਆਨ ਕਾਰਨ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਚੰਡੀਗੜ੍ਹ ਪੁਲਿਸ ਦੇ ਇੱਕ ਡੀਐਸਪੀ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਿੱਧੂ ਨੂੰ ਮੋੜਵਾਂ ਜਵਾਬ ਵੀ ਦਿੱਤਾ ਹੈ। ਡੀਐਸਪੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਨੇ 2 ਦਿਨ ਪਹਿਲਾਂ ਇੱਕ ਕਾਂਗਰਸੀ ਵਿਧਾਇਕ ਦੇ ਹੱਕ ਵਿੱਚ ਆਉਂਦਿਆਂ ਜੋਸ਼ ਦੇ ਵਿੱਚ ਕਹਿ ਦਿੱਤਾ ਸੀ ਕਿ ਜੇਕਰ ਚੀਮਾ ਇੱਕ ਦਬਕਾ ਮਾਰ ਦੇਵੇ ਤਾਂ ਪੁਲਿਸ ਅਧਿਕਾਰੀਆਂ ਦੀਆਂ ਪੈਂਟਾਂ ਗਿੱਲੀਆਂ ਹੋ ਜਾਣ। ਤੇ ਸਿੱਧੂ ਦੇ ਉਸ ਬਿਆਨ ਦਾ ਜਵਾਬ ਦਿੰਦਿਆਂ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਆਪਣੇ ਸ਼ਾਇਰੀ ਵਾਲੇ ਅੰਦਾਜ਼ ਦੇ ਵਿੱਚ ਕਿਹਾ ਕਿ ਸਿਆਸਤ ਦੇ ਰੰਗਾਂ ਵਿੱਚ ਇੰਨਾ ਨਾ ਡੁੱਬੋ ਕਿ ਸੂਰਬੀਰਾਂ ਦੀ ਸ਼ਹਾਦਤ ਯਾਦ ਨਾ ਆਵੇ। ਜ਼ੁਬਾਨ ਦਾ ਵਾਅਦਾ ਯਾਦ ਰੱਖੋ, ਜ਼ੁਬਾਨ ਦੇ ਬੋਲ ਯਾਦ ਰੱਖੋ। ਉਹਨਾਂ ਕਿਹਾ ਕਿ ਪੁਲਿਸ ਦੀ ਜ਼ਮੀਰ ਵੀ ਹੈ, ਸਤਿਕਾਰ ਵੀ ਹੈ, ਇਸ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਮੈਂ ਸਿੱਧੂ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੂਰੀ ਪੁਲਿਸ ਫੋਰਸ ਨੂੰ ਸ਼ਰਮਸਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜਨਤਕ ਮੀਟਿੰਗ ਦੇ ਵਿੱਚ ਅਜਿਹਾ ਬਿਆਨ ਦੇ ਕੇ ਪੁਲਿਸ ਦਾ ਮਜ਼ਾਕ ਉਡਾਇਆ ਹੈ ਤੇ ਫੋਰਸਾਂ ਦਾ ਮਨੋਬਲ ਡਿੱਗ ਗਿਆ ਹੈ। ਨਾਲ ਹੀ ਡੀਐਸਪੀ ਨੇ ਨਵਜੋਤ ਸਿੰਘ ਸਿੱਧੂ ਨੂੰ ਸੁਰੱਖਿਆ ਛੱਡਣ ਦੀ ਚੁਣੌਤੀ ਵੀ ਦੇ ਦਿੱਤੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਤੋਂ ਬਿਨਾਂ ਤਾਂ ਕੋਈ ਰਿਕਸ਼ਾ ਚਾਲਕ ਵੀ ਸਿਆਸਤਦਾਨਾਂ ਦੀ ਗੱਲ ਨਹੀਂ ਸੁਣੇਗਾ। ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸੀਨੀਅਰ ਲੀਡਰ ਅਜਿਹੇ ਸ਼ਬਦ ਕਹਿ ਕੇ ਫੋਰਸਾਂ ਦਾ ਅਪਮਾਨ ਕਰਦੇ ਨੇ। ਇਹੀ ਫੋਰਸ ਸਿੱਧੂ ਸਾਹਿਬ ਦੇ ਪਰਿਵਾਰ ਸਮੇਤ ਉਸ ਦੀ ਰੱਖਿਆ ਵੀ ਕਰਦੀ ਹੈ, ਉਹਨਾਂ ਦੀ ਫੈਮਿਲੀ ਦੀ ਹਿਫਾਜ਼ਤ ਕਰਦੀ ਹੈ, ਉਹਨਾਂ ਦੀ ਰਾਖੀ ਕਰਦੀ ਹੈ। ਜੇ ਐਡੀ ਗੱਲ ਹੈ ਤਾਂ ਇਹ ਫੋਰਸ ਨੂੰ ਵਾਪਸ ਕਰਕੇ ਆਪਣੇ ਆਪ ਘੁੰਮਣ। 10-10 20-20 ਬੰਦੇ ਇੱਕ ਕੰਪਨੀ ਆਪਣੇ ਨਾਲ ਲਈ ਘੁੰਮਦੇ ਹਨ ਫੋਰਸ ਦੀ। ਫੋਰਸ ਤੋਂ ਬਿਨਾਂ ਤਾਂ ਰਿਕਸ਼ੇ ਵਾਲਾ ਵੀ ਇਹਨਾਂ ਦਾ ਕਹਾ ਨਹੀਂ ਮੰਨਦਾ। ਸੋ ਮੈਂ ਦਿਲਸ਼ੇਰ ਸਿੰਘ ਚੰਦੇਲ ਡੀਐਸਪੀ ਇਸ ਗੱਲ ਦੀ ਪੁਰਜੋਰ ਸ਼ਬਦਾਂ ਦੇ ਨਾਲ ਨਿਖੇਧੀ ਕਰਦਾ ਹਾਂ ਔਰ ਮੈਂ ਹਿੰਦੁਸਤਾਨ ਦੀ ਪੁਲਿਸ ਵੱਲੋਂ, ਪੰਜਾਬ ਦੀ ਪੁਲਿਸ ਵੱਲੋਂ, ਚੰਡੀਗੜ੍ਹ ਦੀ ਪੁਲਿਸ ਵੱਲੋਂ ਇਸ ਗੱਲ ਦੀ ਨਿਖੇਧੀ ਕਰਦਾ ਹਾਂ ਤੇ ਰੋਸ ਪ੍ਰਗਟ ਕਰਦਾ ਹਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਆਪਣੀ ਫੋਰਸ ਬਾਰੇ ਨਹੀਂ ਬੋਲਣੇ ਚਾਹੀਦੇ। ਤੇ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਦੇ ਵਿੱਚ ਰੈਲੀਆਂ ਕਰ ਰਹੇ ਨੇ ਅਤੇ ਐਤਵਾਰ ਨੂੰ ਸਿੱਧੂ ਬਟਾਲਾ ਪਹੁੰਚੇ। ਇੱਥੇ ਪਹੁੰਚੇ ਸਿੱਧੂ ਨੇ ਮਜੀਠੀਆ ਦੇ ਮੁੱਦੇ ਤੇ ਆਪਣੀ ਸਰਕਾਰ ਨੂੰ ਫਿਰ ਘੇਰਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੈਨ ਨਾਲ ਨਹੀਂ ਬੈਠੂੰਗਾ ਕਿਉਂਕਿ ਐਫਆਈਆਰ ਦਰਜ ਕਰਨ ਨਾਲ ਕੁਝ ਨਹੀਂ ਬਣਨਾ, ਗ੍ਰਿਫਤਾਰੀ ਵੀ ਹੋਣੀ ਚਾਹੀਦੀ ਹੈ ਤੇ ਸਿਰਫ ਮਜੀਠੀਆ ਦੀ ਗ੍ਰਿਫਤਾਰੀ ਦੇ ਨਾਲ ਵੀ ਕੁਝ ਨਹੀਂ ਬਣਨਾ। ਜਿਹੜੇ ਨਸ਼ੇ ਦੇ ਵੱਡੇ ਹੋਰ ਤਸਕਰ ਨੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਦਾ ਗਲਮਾ ਵੀ ਫੜਨਾ ਪੈਣਾ। ਸਿੱਧੂ ਨੇ ਮਜੀਠੀਆ ਤੋਂ ਸਵਾਲ ਵੀ ਪੁੱਛੇ। ਜਨਤਕ ਤੌਰ ਤੇ ਪੁੱਛੇ ਸਵਾਲ ਦੇ ਵਿੱਚ ਕਿਹਾ ਕਿ ਹੁਣ ਮਜੀਠੀਆ ਪੁਲਿਸ ਤੋਂ ਡਰਦਾ ਭੱਜ ਕਿਉਂ ਰਿਹਾ ਹੈ। ਤੇ ਸਿੱਧੂ ਨੇ ਬਟਾਲਾ ਤੋਂ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਨਾ ਦੇਣ ਦੀ ਵਕਾਲਤ ਕਰਦਿਆਂ ਇਸ ਹਲਕੇ ਤੋਂ ਅਸ਼ਵਨੀ ਸੇਖੜੀ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰਨ ਦਾ ਐਲਾਨ ਕਰ ਦਿੱਤਾ, ਯਾਨੀ ਕਿ ਇੱਕ ਤਰੀਕੇ ਨਾਲ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸਿੱਧੂ ਨੇ ਆਪਣੀਆਂ ਤਾਰੀਫਾਂ ਦੇ ਵੀ ਪੁਲ ਬੰਨ੍ਹ ਦਿੱਤੇ। ਕਿਹਾ ਕਿ ਜੇ ਜ਼ਰੂਰਤ ਸੀ ਤਾਂ ਸੂਬੇ ਦੇ ਡੀਜੀਪੀ ਐਡਵੋਕੇਟ ਜਨਰਲ ਨੂੰ ਹਟਾਇਆ, ਮਜੀਠੀਆ ਵਰਗੇ ਤੇ ਵੀ ਕੇਸ ਦਰਜ ਕਰਵਾਇਆ। ਸਿੱਧੂ ਨੇ ਮੁੜ ਤੋਂ ਕਿਸਾਨਾਂ ਦੇ ਲਈ ਰੋਡ ਮੈਪ ਦੀ ਗੱਲ ਕੀਤੀ। ਕਿਹਾ ਕਿ ਮੁੜ ਸਰਕਾਰ ਬਣਨ ਤੇ ਦਾਲਾਂ ਤੇ ਬੀਜਾਂ ਤੇ ਅਸੀਂ ਐਮਐਸਪੀ ਦੇਵਾਂਗੇ। ਕਾਂਗਰਸ ਦੇ ਲਈ ਚੋਣ ਪ੍ਰਚਾਰ ਕਰਨ ਲਈ ਹੁਣ ਕੌਮੀ ਲੀਡਰ ਰਾਹੁਲ ਗਾਂਧੀ ਵੀ ਪੰਜਾਬ ਪਹੁੰਚਣਗੇ। 3 ਜਨਵਰੀ ਨੂੰ ਰਾਹੁਲ ਗਾਂਧੀ ਦੀ ਮੋਗਾ ਦੇ ਵਿੱਚ ਰੈਲੀ ਹੋਵੇਗੀ। ਉਧਰ ਬੀਜੇਪੀ ਨੇ ਵੀ ਜਲੰਧਰ ਦੇ ਵਿੱਚ ਆਪਣਾ ਵੱਡਾ ਹਾਈਟੈਕ ਦਫ਼ਤਰ ਖੋਲ੍ਹ ਦਿੱਤਾ ਹੈ। ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦਫ਼ਤਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਨ ਕੀ ਬਾਤ ਕੀਤੀ। ਰਾਸ਼ਟਰ ਦੇ ਨਾਮ ਸੰਬੋਧਨ ਕਰਦਿਆਂ ਮੋਦੀ ਨੇ ਲੋਕਾਂ ਨੂੰ ਆਉਂਦੇ ਨਵੇਂ ਸਾਲ ਦੇ ਜਸ਼ਨਾਂ ਤਿਉਹਾਰਾਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਸਰੂਪ ਓਮਿਕਰੋਨ ਤੋਂ ਚੌਕਸ ਰਹਿਣ ਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਹਨਾਂ ਇਹ ਵੀ ਕਿਹਾ ਕਿ 15 ਤੋਂ 18 ਸਾਲ ਤੱਕ ਦੇ ਬਾਲਗਾਂ ਦਾ ਕੋਰੋਨਾ ਰੋਕੂ ਟੀਕਾਕਰਨ ਪ੍ਰੋਗਰਾਮ 3 ਜਨਵਰੀ ਤੋਂ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਵਿਗਿਆਨੀ ਓਮਿਕਰੋਨ ਦੇ ਟਾਕਰੇ ਲਈ ਖੋਜ ਦੇ ਕੰਮ ਦੇ ਵਿੱਚ ਜੁਟੇ ਹੋਏ ਨੇ
ਤੇ ਕਰੋਨਾ ਦੀ ਬੂਸਟਰ ਡੋਜ਼ ਦੇ ਨਾਲ ਜੁੜੀ ਇੱਕ ਖਬਰ ਵੀ ਤੁਹਾਨੂੰ ਦੱਸ ਦਿੰਨੇ ਹਾਂ। ਕੋਵਿਡ ਟੀਕੇ ਦੀ ਦੂਸਰੀ ਅਤੇ ਤੀਜੀ ਖੁਰਾਕ ਦੇ ਵਿਚਾਲੇ 9 ਤੋਂ 12 ਮਹੀਨੇ ਦਾ ਫਰਕ ਹੋ ਸਕਦਾ ਹੈ। ਇਹ ਸਰਕਾਰ ਦੇ ਅਧਿਕਾਰਿਕ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ। ਭਾਰਤ ਦੇ ਟੀਕਾਕਰਨ ਪ੍ਰੋਗਰਾਮ ਦੇ ਵਿੱਚ ਮੌਜੂਦਾ ਸਮੇਂ ਇਸਤੇਮਾਲ ਕੀਤੇ ਜਾ ਰਹੇ ਟੀਕਿਆਂ ਕੋਵਿਸ਼ੀਲਡ ਅਤੇ ਕੋਵੈਕਸਿਨ ਦੇ ਲਈ ਫਰਕ ਦੀਆਂ ਬਰੀਕੀਆਂ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਆਖਰੀ ਫੈਸਲਾ ਜਲਦੀ ਲਿਆ ਜਾਏਗਾ। ਇਹ ਵੀ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੇ 2 ਡੋਜ਼ਸ ਲਗਵਾ ਲਈਆਂ ਨੇ, ਜਿਨ੍ਹਾਂ ਨੇ ਤੀਸਰੀ ਡੋਜ਼ ਲੈਣੀ ਹੈ, ਬੂਸਟਰ ਡੋਜ਼ ਲੈਣੀ ਹੈ, ਤਾਂ ਫਿਰ 9 ਤੋਂ 12 ਮਹੀਨਿਆਂ ਦਾ ਫਰਕ ਹੋਣਾ ਚਾਹੀਦਾ ਹੈ। ਬਿਹਾਰ ਦੇ ਵਿੱਚ ਐਤਵਾਰ ਨੂੰ ਵੱਡੀ ਘਟਨਾ ਵਾਪਰੀ। ਮੁਜ਼ੱਫਰਪੁਰ ਜ਼ਿਲ੍ਹੇ ਦੇ ਵਿੱਚ ਐਤਵਾਰ ਸਵੇਰੇ ਇੱਕ ਨੂਡਲਸ ਫੈਕਟਰੀ ਦੇ ਵਿੱਚ ਬੋਇਲਰ ਫਟਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਫੈਕਟਰੀ ਢਹਿ ਗਈ ਹੈ, ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬੇਲਾ ਉਦਯੋਗਿਕ ਇਲਾਕੇ ਦੇ ਵਸਨੀਕ ਸਵੇਰੇ ਕਰੀਬ 9:30 ਵਜੇ ਉਦੋਂ ਤੇਜ਼ ਧਮਾਕੇ ਦੀ ਆਵਾਜ਼ ਨਾਲ ਸਹਿਮ ਗਏ ਜਦੋਂ ਧਮਾਕੇ ਕਰਕੇ ਫੈਕਟਰੀ ਢਹਿ ਗਈ ਅਤੇ ਨਾਲ ਦੀਆਂ ਇਮਾਰਤਾਂ ਦੀਆਂ ਛੱਤਾਂ ਵੀ ਡਿੱਗ ਗਈਆਂ। ਘਟਨਾ ਸਥਾਨ ਤੇ ਮੌਜੂਦ ਮੁਜ਼ੱਫਰਪੁਰ ਦੇ ਜ਼ਿਲ੍ਹਾ ਅਧਿਕਾਰੀ ਪ੍ਰਣਵ ਕੁਮਾਰ ਨੇ ਦੱਸਿਆ ਕਿ ਹੁਣ ਤੱਕ 6 ਲਾਸ਼ਾਂ ਮਲਬੇ ਚੋਂ ਕੱਢੀਆਂ ਜਾ ਚੁੱਕੀਆਂ ਨੇ। ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਲੇ ਹੋਰ ਵੀ ਲਾਸ਼ਾਂ ਨਿਕਲਣ ਦਾ ਖਦਸ਼ਾ ਹੈ। ਭਾਰਤ ਨੇ ਚੀਨ ਦੇ 5 ਉਤਪਾਦਾਂ ਦੇ ਉੱਤੇ 5 ਸਾਲਾਂ ਦੇ ਲਈ ਡੰਪਿੰਗ ਵਿਰੋਧੀ ਟੈਕਸ ਲਾ ਦਿੱਤਾ ਹੈ। ਚੀਨ ਤੋਂ ਸਸਤੇ ਸਮਾਨ ਦੀ ਦਰਾਮਦ ਕਾਰਨ ਸਥਾਨਕ ਉਤਪਾਦਕਾਂ ਨੂੰ ਸੰਭਾਵੀ ਨੁਕਸਾਨ ਤੋਂ ਬਚਾਉਣ ਦੇ ਲਈ CBIC ਨੇ ਇਹ ਕਦਮ ਚੁੱਕਿਆ ਹੈ, ਯਾਨੀ ਕਿ ਸੈਂਟਰਲ ਬੋਰਡ ਆਫ ਇੰਡਾਇਰੈਕਟ ਟੈਕਸਿਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਹਨਾਂ ਦੇ ਵੱਲੋਂ ਜਾਰੀ ਵੱਖ-ਵੱਖ ਨੋਟੀਫਿਕੇਸ਼ਨਾਂ ਦੇ ਮੁਤਾਬਿਕ ਡੰਪਿੰਗ ਵਿਰੋਧੀ ਟੈਕਸ ਐਲੂਮੀਨੀਅਮ ਦੇ ਕੁਝ ਉਤਪਾਦਾਂ, ਸੋਡੀਅਮ ਹਾਈਡਰੋਸਲਫਾਈਟ, ਸਿਲੀਕਨ ਸੀਲੈਂਟ, ਹਾਈਡਰੋਫਲੋਰੋਕਾਰਬਨ ਦੇ ਕੰਪੋਨੈਂਟ R32 ਅਤੇ ਹਾਈਡਰੋਫਲੋਰੋਕਾਰਬਨ ਬਲੈਂਡਸ ਦੇ ਉੱਤੇ ਇਹ ਟੈਕਸ ਲਾਇਆ ਗਿਆ ਹੈ। ਵਣਜ ਮੰਤਰਾਲੇ ਦੀ ਜਾਂਚ ਇਕਾਈ ਡਾਇਰੈਕਟਰ ਜਨਰਲ ਆਫ ਰੈਮੇਡੀਜ਼ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਇਹ ਟੈਕਸ ਲਾਇਆ ਗਿਆ ਹੈ। ਭਾਰਤ ਦੇ ਚੀਫ ਜਸਟਿਸ NV ਰਾਮੰਨਾ ਨੇ ਕਿਹਾ ਹੈ ਕਿ ਇਹ ਧਾਰਨਾ ਇੱਕ ਮਿੱਥ ਹੈ, ਬਿਲਕੁਲ ਗਲਤ ਹੈ ਕਿ ਜੱਜ ਹੀ ਜੱਜਾਂ ਨੂੰ ਨਿਯੁਕਤ ਕਰ ਰਹੇ ਨੇ, ਕਿਉਂਕਿ ਨਿਆਂਪਾਲਕਾ ਨਿਆਇਕ ਅਧਿਕਾਰੀਆਂ ਦੀ ਨਿਯੁਕਤੀ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਕਈ ਹਿੱਤ ਧਾਰਕਾਂ ਵਿੱਚੋਂ ਮਹਿਜ਼ ਇੱਕ ਹਿੱਤ ਧਾਰਕ ਹੈ। CJI ਨੇ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਨਿਆਇਕ ਅਧਿਕਾਰੀਆਂ ਤੇ ਸਰੀਰਕ ਹਮਲੇ ਵਧੇ ਨੇ। ਕਈ ਵਾਰੀ ਹੱਕ ਵਿੱਚ ਫੈਸਲਾ ਨਾ ਆਉਣ ਕਰਕੇ ਕੁਝ ਧਿਰਾਂ ਪ੍ਰਿੰਟ ਤੇ ਸੋਸ਼ਲ ਮੀਡੀਆ ਤੇ ਜੱਜਾਂ ਖਿਲਾਫ ਮੁਹਿੰਮ ਚਲਾਉਂਦੀਆਂ ਨੇ। ਇਹ ਹਮਲੇ ਸਪਾਂਸਰਡ ਤੇ ਸਮਕਾਲੀ ਮਹਿਸੂਸ ਹੁੰਦੇ ਨੇ ਤੇ ਇਨੀ ਦਿਨੀ ਜੱਜ ਖੁਦ ਜੱਜਾਂ ਦੀ ਨਿਯੁਕਤੀ ਕਰ ਰਹੇ ਨੇ। ਇਸ ਵਰਗੇ ਜੁਮਲਿਆਂ ਨੂੰ ਦੁਹਰਾਉਣ ਦਾ ਰੁਝਾਨ ਹੈ, ਪਰ ਇਹ ਸਿਰਫ ਇਲਜ਼ਾਮ ਤਰਾਸ਼ੀਆਂ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਸਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।